ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅਤੇ ਜੀ ਸਰੋਤਿਓ, ਅੱਜ ਤੁਹਾਨੂੰ ਅਸੀਂ ਇੱਕ ਅਹਿਮ ਸ਼ਖਸੀਅਤ ਦੇ ਨਾਲ ਤੁਹਾਨੂੰ ਮਿਲਾਵਾਂਗੇ ਜੀ, ਜਿਨ੍ਹਾਂ ਦਾ ਨਾਂ ਅਨੀਤਾ ਸ਼ਰਮਾ। ਅਤੇ ਇਹਨਾਂ ਨੇ ਇੱਕ ਜੀ ਨਵੀਂ NGO ਬਣਾਈ ਆ, ਜਿਹੜੇ ਸਾਡੇ ਲਈ ਬਹੁਤ ਹੀ ਜਿਹੜੇ ਲੇਡੀਜ਼ ਲਈ ਬੜੀ ਲਾਭਦਾਇਕ ਆ। ਲੇਡੀਜ਼ ਲਈ ਨਹੀਂ ਜੀ, ਘਰਾਂ ਦੇ ਵਿੱਚ ਵੀ ਉਹ ਜਿਹੜੀ ਆ, ਜਿਸ ਤਰ੍ਹਾਂ ਇਹ ਸਾਨੂੰ ਬਿਆਨ ਕਰਕੇ ਦੱਸਣਗੇ ਕਿ ਇਹਨਾਂ ਨੇ ਜਿਹੜੀ NGO ਬਣਾਈ ਆ, ਇਹ ਕਿਉਂ ਬਣਾਈ ਆ, ਇਸ ਦਾ ਨਾਮ ਜਿਹੜਾ ਆ ਬੇਲਨ ਬ੍ਰਿਗੇਡ ਕਿਉਂ ਰੱਖਿਆ ਗਿਆ ਆ। ਆਪਾਂ ਕਰਦੇ ਹਾਂ ਜੀ ਗੱਲਬਾਤ ਅਨੀਤਾ ਸ਼ਰਮਾ ਹੁਣਾਂ ਦੇ ਨਾਲ। ਅਨੀਤਾ ਜੀ ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ USA ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਜੀ ਅਨੀਤਾ ਸ਼ਰਮਾ ਜੀ, ਜਿਵੇਂ ਤੁਹਾਡੀ ਜਿਹੜੀ ਤੁਸੀਂ NGO ਬਣਾਈ ਆ ਬੇਲਨ ਬ੍ਰਿਗੇਡ, ਤੇ ਪੰਜਾਬ ਦੇ ਵਿੱਚ ਨਵੀਂ ਚੀਜ਼ ਆ, ਹੋ ਸਕਦਾ ਕਿਤੇ ਹੋਰ ਵੀ ਹੋਵੇ, ਪਰ ਨਹੀਂ, ਜਿੰਨਾ ਕੁ ਸਾਨੂੰ ਜਾਣਕਾਰੀ ਆ ਕਿ ਇਹ ਸਾਡੇ ਲਈ ਅਸੀਂ ਨਵੀਂ ਚੀਜ਼ ਸੁਣੀ ਆ। ਇਹ ਜਿਹੜੀ ਤੁਹਾਡੀ NGO ਆ, ਇਹਦਾ ਨਾਮ ਤੁਸੀਂ ਜਿਹੜਾ ਬੇਲਨ ਬ੍ਰਿਗੇਡ ਰੱਖਿਆ, ਥੋੜਾ ਜਿਹਾ ਪਹਿਲਾਂ ਮੈਨੂੰ ਇਹਦੇ ਬਾਰੇ ਜ਼ਰੂਰ ਦੱਸੋ। ਜਿਵੇਂ ਇੱਕ ਆਮ ਆਦਮੀ ਪਾਰਟੀ ਨੇ ਇੱਕ ਝਾੜੂ ਲੈ ਕੇ ਜਿਹੜਾ ਭ੍ਰਿਸ਼ਟਾਚਾਰ ਆ, ਕਰਪਸ਼ਨ ਦੀ ਸਫਾਈ ਲਈ ਉਹਦਾ ਸਿੰਬਲ ਰੱਖਿਆ ਝਾੜੂ, ਤੇ ਤੁਸੀਂ ਜਿਹੜਾ ਇਹ ਬੇਲਣਾ ਲੈ ਕੇ, ਕਿਉਂਕਿ ਤੁਸੀਂ ਬੇਲਣੇ ਦੀ ਫੋਟੋ ਵੀ ਲਈ ਆ, ਤੇ ਇਹਦਾ ਕੀ ਮਤਲਬ ਹੈਗਾ ਆ ਕਿ ਤੁਸੀਂ ਇਹ ਬੇਲਨ ਬ੍ਰਿਗੇਡ ਬਣਾਈ ਹੈ? ਇਹ ਬੇਲਣਿਆ ਜਿਹੜਾ ਸਾਰੇ ਘਰਾਂ ਦੇ ਵਿੱਚ ਸਾਡੀਆਂ ਭੈਣਾਂ ਯੂਜ਼ ਕਰਦੀਆਂ ਨੇ, ਤੇ ਸਾਡੇ ਜਿਹੜੇ ਘਰ ਦੀ ਦਿਨਚਰਿਆ ਜਿਹੜੀ ਆ ਸ਼ੁਰੂ ਹੁੰਦੀ ਹੈ ਕਿ ਖਾਣਾ ਬਣਾਉਣ ਤੋਂ। ਖਾਣਾ ਬਣਾ ਕੇ ਅਸੀਂ ਆਪਣੇ ਪਰਿਵਾਰ ਦਾ ਧਿਆਨ ਰੱਖਦੇ ਹਾਂ ਤੇ ਅੱਛੀ ਸਿਹਤ ਹੋਵੇ, ਅੱਛਾ ਖਾਣਾ ਵੀ ਬਣਾ ਕੇ। ਬੇਲਣਾ ਜਿਹੜਾ ਇੱਕ ਸਿੰਬਲ ਹੈ ਔਰਤ ਦਾ। ਮੈਂ ਆਪਣੀ NGO ਦੇ ਵਿੱਚ ਸਾਰੀ ਤਰ੍ਹਾਂ ਦੀਆਂ ਵੱਧ ਤੋਂ ਵੱਧ ਔਰਤਾਂ ਨੂੰ ਜੋੜਨਾ ਚਾਹੁੰਦੀ ਹਾਂ ਜੀ। ਇਸ ਕਰਕੇ ਮੈਂ ਇਹਦਾ ਸਿੰਬਲ ਜੀ ਇਸ ਤਰ੍ਹਾਂ ਦਾ ਰੱਖਿਆ ਤੇ ਜਿਹਦੇ ਵਿੱਚ ਆਉਣ ਨੂੰ ਸਾਡੇ ਨਾਲ ਕਿਸੇ ਵੀ ਔਰਤ ਨੂੰ ਤੁਰਨ ਨਾਲ ਇਹ ਨਾ ਲੱਗੇ ਕਿ ਮੈਂ ਅਨਪੜ੍ਹ ਹਾਂ, ਮੈਂ ਮਜ਼ਦੂਰ ਹਾਂ, ਮੈਂ ਇਹਨਾਂ ਦੇ ਵਿੱਚ ਫਿੱਟ ਬੈਠਦੀ ਹਾਂ, ਜਾਵਾਂ ਜਾਂ ਨਾ ਜਾਵਾਂ। ਉਹਨਾਂ ਦੀ ਜਿਹੜੀ ਹਿੱਚ ਖਤਮ ਕਰਨ ਵਾਸਤੇ ਆ ਉਹ, ਇਸ ਕਰਕੇ ਅਸੀਂ ਇਹਦਾ ਨਾਮ ਬੇਲਨ ਬ੍ਰਿਗੇਡ ਰੱਖਿਆ। ਤੇ ਜਿੰਨੀਆਂ ਵੀ ਔਰਤਾਂ, ਮੈਂ ਉਹਨਾਂ ਨੂੰ ਅਪੀਲ ਵੀ ਇਹੀ ਕਰਦੀ ਹਾਂ ਕਿ ਜਿੰਨੀਆਂ ਔਰਤਾਂ ਨੇ ਜਿਨ੍ਹਾਂ ਦੇ ਘਰਾਂ 'ਚ ਬੇਲਣੇ, ਉਹ ਸਾਰੀਆਂ ਸਾਡੀਆਂ ਮੈਂਬਰ ਨੇ, ਸਾਰੀਆਂ ਇਸ ਬ੍ਰਿਗੇਡ ਦੀਆਂ ਮੈਂਬਰ ਹੈਗੀਆਂ ਨੇ। ਤੇ ਮੈਂ ਔਰਤਾਂ ਨੂੰ ਉਹਨਾਂ ਦੇ, ਕਿਉਂਕਿ ਜਿਸ ਤਰ੍ਹਾਂ ਨਾਲ ਸਾਡੀਆਂ ਔਰਤਾਂ ਜਿਹੜੀਆਂ ਨਾ 49% ਆਬਾਦੀ ਹੈ ਪੰਜਾਬ ਦੇ ਵਿੱਚ ਸਾਡੀਆਂ ਔਰਤਾਂ, ਪਰ ਅਸੀਂ ਕਿਸੇ ਵੀ ਕੰਮ ਦੇ ਵਿੱਚ ਆਪਣਾ ਹਿੱਸਾ ਨਹੀਂ ਪਾਉਂਦੀਆਂ। ਈਵਨ ਜਿਹੜੀਆਂ ਪੜ੍ਹੀਆਂ ਲਿਖੀਆਂ ਔਰਤਾਂ ਵੀ ਹੈਗੀਆਂ ਨੇ, ਉਹ ਵੀ ਆਪਣੀ ਨੌਕਰੀ ਕਰਕੇ ਆਉਂਦੀਆਂ, ਉੱਥੇ ਤੱਕ ਸੀਮਤ ਰਹਿੰਦੀਆਂ। ਸਮਾਜਿਕ ਕੋਈ ਬੁਰਾਈ ਹੈ, ਸਮਾਜਿਕ ਕੋਈ ਕੰਮ ਕਰਨਾ ਜਾਂ ਕੋਈ ਵਿਕਾਸ ਦਾ ਕੰਮ ਆ ਜਾਂ ਕੋਈ ਪੋਲੀਟੀਕਲ ਲੈਵਲ ਦਾ ਕੰਮ ਆ, ਕਿਸੇ ਚੀਜ਼ ਦੇ ਵਿੱਚ ਕੁਛ ਆਪਣੀ ਨਾ ਰਾਏ ਦੇਣਾ ਨਾ ਕੁਛ ਕਰਨਾ, ਬਸ ਆਪਣਾ ਦਿਨ ਏਦਾਂ ਬਤੀਤ ਕਰਦੀਆਂ, ਰਾਤ ਪੈਂਦੀ ਏਦਾਂ ਨਿਕਲੀ ਜਾਂਦਾ ਟਾਈਮ। ਤੇ ਇਹ ਮੈਂ ਉਹਨਾਂ ਨੂੰ ਇੱਕ ਜੋੜਨ ਵਾਸਤੇ ਪਲੇਟਫਾਰਮ ਬਣਾਇਆ, ਜਿੱਥੇ ਮੇਰਾ ਟੀਚਰ ਵੀ ਇਹੀ ਹੈ ਕਿ ਮੈਂ 6 ਮਹੀਨਿਆਂ ਦੇ ਵਿੱਚ 2.5-3 ਲੱਖ ਔਰਤ ਨੂੰ ਆਪਣੇ ਨਾਲ ਜੋੜਨਾ। ਐਡੀ ਵੱਡੀ ਇਹ ਮੁਹਿੰਮ ਬਣਾਉਣੀ ਆ, ਕੰਪੇਨ ਬਣਾਉਣੀ ਆ। ਤੇ ਜਿਹੜੀਆਂ ਔਰਤਾਂ ਸਮਾਜਿਕ ਬੁਰਾਈਆਂ ਜਿਹੜੀਆਂ ਸਾਡੇ ਘਰਾਂ ਦੇ ਵਿੱਚ ਸਾਡੇ ਬੱਚਿਆਂ ਦੇ ਪੈਂਦੀਆਂ, ਸਮਾਜ ਤੇ ਪੈਂਦੀਆਂ ਨੇ, ਤੇ ਉਹਨਾਂ ਸਾਰਿਆਂ ਲਈ ਇਹ ਜਾਗਰੂਕ ਹੋਣ ਤੇ ਆਪਣੇ ਵਾਸਤੇ ਆਪ ਹੀ ਲੜਨਾ ਸ਼ੁਰੂ ਕਰਨ। ਵਿਰੋਧ ਕਰਨਾ ਉਸ ਚੀਜ਼ ਆ ਜਿਹੜੀ ਗਲਤ ਲੱਗਦੀ ਆ ਉਹਨਾਂ ਨੂੰ, ਅਸੀਂ ਕਰਦੀਆਂ ਨਹੀਂ, ਸਾਡੀਆਂ ਭੈਣਾਂ ਵਿਰੋਧ ਕਰਦੀਆਂ ਨਹੀਂ, ਚੁੱਪ ਕਰਕੇ ਦੇਖਦੀਆਂ ਰਹਿੰਦੀਆਂ। ਜਿਵੇਂ ਆਪਾਂ ਦੇਖੀਏ ਤਾਂ ਆਪਣੀ ਲੇਡੀਜ਼ ਨੂੰ ਨਾ ਤੇ ਘਰ ਦੀਆਂ ਬਿੱਲ ਬੱਤੀਆਂ ਦਾ ਪਤਾ ਹੁੰਦਾ ਆ, ਤੇ ਨਾ ਹੀ ਉਹਨਾਂ ਨੂੰ ਇਹ ਪਤਾ ਹੁੰਦਾ ਕਿ ਸਾਡੇ ਬੱਚੇ ਜਿਹੜੇ ਸਕੂਲਾਂ ਦੇ ਵਿੱਚ ਆ, ਉਹਨਾਂ ਨੂੰ ਕਿਹੋ ਜਿਹਾ ਸਿਲੇਬਸ ਲੱਗਾ ਹੋਇਆ ਆ। ਜਾਂ ਇਲੈਕਸ਼ਨ ਦੀ ਗੱਲ ਕਰ ਲਓ, ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਕਿਹੜੀ ਰਾਈਟ ਪਾਰਟੀ ਆ, ਉਹਨੂੰ ਅਸੀਂ ਆਪਣੀ ਮਰਜ਼ੀ ਦੇ ਨਾਲ ਵੋਟ ਪਾ ਸਕੀਏ। ਕਿਉਂਕਿ ਜਿਹੜੀ ਉਹ ਵੋਟ ਵੀ ਪਾਉਂਦੀਆਂ ਆ, ਉਹ ਵੋਟ ਵੀ ਇਸ ਤਰ੍ਹਾਂ ਪਾਉਂਦੀਆਂ ਆ ਕਿ ਜਿੱਥੇ ਉਹਨਾਂ ਦੇ ਹੋਰ ਪਰਿਵਾਰ ਕਹਿ ਦਿੰਦਾ ਆ। ਬੇਸ਼ੱਕ ਉਹਨਾਂ ਦੇ ਮਨ ਦੇ ਵਿੱਚ ਇਹ ਹੁੰਦਾ ਆ ਵੀ ਨਹੀਂ, ਆਹ ਜਿਹੜੀ ਜੇ ਕੋਈ ਵੀ ਪਾਰਟੀ ਹੈਗੀ ਆ, ਇਹ ਸਾਡੇ ਹੱਕਾਂ ਦੀ ਰਾਖੀ ਕਰਦੀ ਆ ਜਾਂ ਨਹੀਂ ਕਰਦੀ। ਪਰ ਤੁਸੀਂ ਇਸ ਪਾਸੇ ਨੂੰ ਕਿਵੇਂ ਤੁਹਾਡਾ ਧਿਆਨ ਆਇਆ? ਕਿਉਂਕਿ ਬਿਲਕੁਲ ਇੱਕ ਚੰਬੇ ਵਾਲੀ ਗੱਲ ਹੈ, ਕਿਉਂਕਿ ਤੁਸੀਂ ਆਪਣੇ ਪ੍ਰੋਫੈਸ਼ਨ ਤੋਂ ਤੇ ਆਰਕੀਟੈਕਟ ਹੋ, ਤੇ ਪੜ੍ਹੀਆਂ ਲਿਖੀਆਂ ਜਿਹੜੀਆਂ ਔਰਤਾਂ ਆ, ਉਹ ਜਿਵੇਂ ਤੁਸੀਂ ਦੱਸਿਆ ਗਿਆ ਕੰਮ ਕੀਤਾ, ਆ ਗਈਆਂ, ਘਰ ਵਾਲਾ ਕੰਮ ਨਿਬੇੜਿਆ, ਕਿਉਂਕਿ ਉਹ ਇੱਕ ਕਹਿੰਦੇ ਹੁੰਦੇ ਕਿ 2 ਪਾਰਟ ਨਿਭਾ ਰਹੀਆਂ ਹੁੰਦੀਆਂ ਆ। ਤੇ ਤੁਸੀਂ ਜਿਹੜਾ ਜਾਗਰੂਕ ਕਰਨੇ ਦਾ ਜਿਹੜਾ ਇਹ ਮੁੱਦਾ ਚੱਕਿਆ ਆ, ਇਹ ਵੈਸੇ ਬਹੁਤ ਵਧੀਆ ਆ। ਪਰ ਤੁਹਾਡੇ ਧੁਰ ਦਿਮਾਗ ਦੇ ਵਿੱਚ ਕਿਵੇਂ, ਕਦੋਂ ਦੀ ਗੱਲ ਸੀਗੀ ਕਿ ਮੈਂ ਇਹ NGO ਏਦਾਂ ਦੀ ਬਣਾਵਾਂ ਕਿ ਜਿਹੜੀਆਂ ਲੇਡੀਜ਼ ਆ ਉਹਨਾਂ ਨੂੰ ਜਾਗਰੂਕ ਕਰੀਏ? ਮੈਡਮ, ਮੈਂ ਇੱਕ ਨਾ ਪਿੰਡ ਦੇ ਵਿੱਚ ਮੇਰਾ ਜੰਮਪਲ ਹੋਇਆ ਤੇ ਮੇਰੀ ਉੱਥੇ ਐਜੂਕੇਸ਼ਨ ਹੋਈ ਸਰਕਾਰੀ ਸਕੂਲ ਦੇ ਵਿੱਚ ਜੀ। ਤੇ ਮੈਂ ਪਹਿਲਾਂ ਪੜ੍ਹਨ ਦੇ ਟਾਈਮ ਤੇ ਵੀ ਇਹ ਸੋਚਦੀ ਹੁੰਦੀ ਸੀ ਕਿ ਜਿਹੜੀਆਂ ਅਸੀਂ ਔਰਤਾਂ, ਜਿੱਦਾਂ ਸਾਨੂੰ ਪੜ੍ਹਾਉਣ ਵਾਸਤੇ ਵੀ ਕੁੜੀਆਂ ਨੂੰ ਵੀ ਅਸੀਂ BA ਕਰਾ ਦੇਣੀ, ਟੀਚਰ ਬਣ ਜਾਓ, ਆਪਣੇ ਘਰ ਤਨਖਾਹ ਆਊਗੀ, ਉੱਥੇ ਤੱਕ ਸੀਮਤ ਰਹਿੰਦੀਆਂ ਸੀ। ਮੈਂ ਉਸ ਵੇਲੇ ਵੀ ਸੋਚਦੀ ਹੁੰਦੀ ਸੀ ਵੀ ਮੈਂ ਉਹ ਪੜ੍ਹਾਈ ਨਹੀਂ ਕਰਨੀ, ਮੈਂ ਉਹ ਪੜ੍ਹਾਈ ਕਰਨੀ ਜਿਹਦੇ ਨਾਲ ਮੈਂ ਖੁਦ ਵੀ ਕੰਮ ਕਰਾਂ ਤੇ ਨਾਲ 4-5 ਹੋਰ ਆਪਣੇ ਜਿਹੜੇ ਭੈਣ ਭਰਾ ਹੈਗੇ ਉਹਨਾਂ ਨੂੰ ਵੀ ਨਾਲ ਕੰਮ ਕਰਾਵਾਂ ਜੀ। ਤੇ ਮੈਂ ਆਰਕੀਟੈਕਚਰ ਦਾ ਕੋਰਸ ਕੀਤਾ। ਮੈਂ ਅੱਜ ਤੱਕ ਕਦੇ ਗੌਰਮੈਂਟ ਜੋਬ ਲਈ ਨਹੀਂ ਅਪਲਾਈ ਕੀਤਾ,
ਮੇਰਾ ਟੀਚਾ ਹੀ ਸੀਗਾ ਵੀ ਮੈਂ ਸੈਲਫ ਇੰਪਲਾਈਡ ਦਾ ਆਪਣਾ ਕੰਮ ਸ਼ੁਰੂ ਕੀਤਾ। ਮੈਂ ਲੁਧਿਆਣੇ ਆ ਕੇ ਮੇਰੀ ਮੈਰਿਜ ਹੋ ਗਈ ਔਰ ਮੇਰੇ ਖਿਆਲ ਦੇ ਵਿੱਚ 18-19 ਸਾਲਾਂ ਦੇ ਵਿੱਚ 15-20 ਲੜਕੀਆਂ ਦਾ ਹੋਰ ਟ੍ਰੇਨ ਹੋ ਕੇ ਆਪਣਾ ਕੰਮ ਕਰਦੇ ਹੋਣੇ ਆ ਔਰ ਅੱਛਾ ਕਮਾਉਂਦੇ ਆ, ਜਿਸ ਤਰ੍ਹਾਂ ਨਾਲ 70-80 ਹਜ਼ਾਰ ਰੁਪਏ ਮਹੀਨੇ ਤੱਕ ਦੀ ਇਨਕਮ ਕਮਾਉਂਦੇ, ਵਧੀਆ ਸੈਟਲਡ ਹੋ ਚੁੱਕੇ ਨੇ ਜੀ। 18-19 ਜਾਣੇ ਤਾਂ ਕਰ ਚੁੱਕੇ ਨੇ। ਬਾਕੀ ਹੋਰ ਜਿਹੜੇ ਮੇਰੇ ਕੋਲ ਜੋਬ ਕਰਦੇ ਰਹਿੰਦੇ, ਜਿੰਨੇ ਕੁ ਜੋਗੀ ਮੈਂ ਹੈਗੀ ਆ, ਜਿੰਨਾ ਆਪਣਾ ਯੋਗਦਾਨ ਪਾ ਸਕਦੇ ਉਹਨਾਂ ਤਾਂ ਪਾਉਣਾ ਹੀ ਚਾਹੀਦਾ। ਔਰ ਮੈਂ ਪਹਿਲਾਂ ਵੀ ਮੇਰੀ ਸੋਚ ਇਸ ਤਰ੍ਹਾਂ ਦੀ ਸੀਗੀ ਕਿ ਸਾਨੂੰ ਆਪਣਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਔਰਤਾਂ ਨੂੰ, ਪਰ ਪਤਾ ਨਹੀਂ ਕੀ ਸਮਾਜ ਦੀ ਬਣਤਰ ਇਸ ਤਰ੍ਹਾਂ ਦੀ ਆ। ਪਤਾ ਨਹੀਂ ਅਸੀਂ ਔਰਤਾਂ ਜਿਹੜੀਆਂ ਕੰਮ ਕਰਨਾ ਨਹੀਂ ਪਸੰਦ ਕਰਦੀਆਂ, ਸਾਨੂੰ ਮਿਹਨਤ ਕਰਨ ਤੋਂ ਡਰ ਲੱਗਦਾ ਤੇ ਅਸੀਂ ਸੋਚਦੇ ਹਾਂ ਵੀ ਕੀ ਜ਼ਰੂਰਤ ਪਈ ਹੈ ਛੱਡੋ ਦੀ। ਸਮਾਜ ਦਾ ਜੋ ਇਸ ਵੇਲੇ ਹਾਲ ਹੋ ਰਿਹਾ, ਚਾਹੇ ਉਹ ਨਸ਼ਿਆਂ ਦੀ ਲੱਤ ਦਾ, ਚਾਹੇ ਵਿਕਾਸ ਦਾ, ਚਾਹੇ ਇੰਪਲਾਈਮੈਂਟ ਦਾ ਆ, ਚਾਹੇ ਲੜਕੀਆਂ ਦੀ ਜਿਹੜੀ ਹੈਗੀ ਆ ਕਿ ਅੱਜ ਸਮਾਜ ਦੇ ਵਿੱਚ ਸੇਫ ਨਹੀਂ ਹੈਗੀਆਂ ਲੜਕੀਆਂ, ਬਾਹਰ ਇੰਨੀਆਂ ਵਾਰਦਾਤਾਂ ਹੁੰਦੀਆਂ ਜੀ, ਤੇ ਉਹ ਸਾਰਾ ਜਿਹੜਾ ਕਾਫੀ ਹੱਦ ਤੱਕ ਅਸੀਂ ਔਰਤਾਂ ਉਹਦੇ ਵਾਸਤੇ ਮੈਂ ਸਮਝਦੀ ਹਾਂ ਵੀ ਜ਼ਿੰਮੇਵਾਰ ਆ, ਕਿਉਂਕਿ ਅਸੀਂ ਆਪਣੀ ਰਾਏ ਦਿੱਤੀ ਹੀ ਨਹੀਂ, ਸਿਰਫ ਅਸੀਂ ਆਪਣੇ ਆਪ ਤੱਕ ਸੀਮਤ ਰਹਿ ਜਾਂਦੀਆਂ ਬੈਠੀਆਂ। ਅਸੀਂ ਠੀਕ ਆ, ਸਾਨੂੰ ਕੀ ਲੋੜ ਨਹੀਂ ਹੈ ਕਿਸੇ ਨਾਲ ਬੋਲਣ ਦੀ, ਜਾਂ ਅਸੀਂ ਕਿਉਂ ਅੱਗੇ ਆਈਏ, ਅਸੀਂ ਕਿਉਂ ਘਰਾਂ ਦੇ ਵਿੱਚੋਂ ਨਿਕਲੀਏ। ਇਹ ਮੇਰੀ ਮੁਹਿੰਮ ਹੈਗੀ ਇਹੀ ਆ ਵੀ ਜਿਹਨਾਂ ਨੂੰ ਨਹੀਂ ਵੀ ਜ਼ਰੂਰਤ ਉਹਨਾਂ ਨੂੰ ਵੀ ਘਰਾਂ ਚੋਂ ਕੱਢਣਾ, ਵੀ ਦੂਸਰੇ ਬੰਦਿਆਂ ਨੂੰ ਤੁਸੀਂ ਗਾਈਡ ਕਰੋ ਜਾ। ਬਿਲਕੁਲ, ਜਿਵੇਂ ਹੁਣ ਤੁਸੀਂ ਲੇਡੀਜ਼ ਦੇ ਪਾਸ ਜਾਂਦੇ ਆ, ਜਿਸ ਵੀ ਤਰ੍ਹਾਂ ਤੁਸੀਂ ਉਹਨਾਂ ਤੱਕ ਪਹੁੰਚ ਕਰਦੇ ਆ, ਤੁਹਾਨੂੰ ਐਵੇਂ ਲੱਗਦਾ ਆ ਨਾ ਕਿ ਬਹੁਤ ਸਾਰੀਆਂ ਲੇਡੀਜ਼ ਆ ਉਹਨਾਂ ਦੀ ਜਿਹੜੀ ਮਾਨਸਿਕ ਤੌਰ ਤੇ ਉਹ ਇਸ ਤਰ੍ਹਾਂ ਨਹੀਂ ਲੱਗਦੀਆਂ ਕਿ ਉਹ ਬਿਲਕੁਲ ਉਹ ਗੁਲਾਮ ਜਿਹੀਆਂ ਹੋ ਕੇ ਰਹਿ ਗਈਆਂ? ਮੈਡਮ, ਇਹ ਸਾਡਾ ਨਾ ਸਮਾਜ ਦਾ ਸਟਰਕਚਰ, ਸਾਡੇ ਪੋਲੀਟੀਸ਼ੀਅਨ ਹੋ ਗਏ ਜਾਂ ਜਿਹੜੇ ਐਜੂਕੇਸ਼ਨਿਸਟ ਹੋ ਗਏ, ਉਹਨਾਂ ਨੇ ਇਸ ਤਰ੍ਹਾਂ ਦਾ ਬਣਾਤਾ। ਤੇ ਇਸ ਤੋਂ ਜ਼ਿਆਦਾ ਨਾ ਦੇਖੋ 50% ਲਗਭਗ 50% ਔਰਤਾਂ ਆਪਣਾ ਹਿੱਸਾ ਪਾਉਂਦੀਆਂ ਨੇ ਜੀ। 70% ਜਿਹੜੇ ਯੁਵਕ ਹੈ ਸਾਡੇ ਉਹ ਨਸ਼ਿਆਂ ਦੇ ਸ਼ਿਕਾਰ ਹੋ ਗਏ। 15% ਯੁਵਕ, 15% ਸਾਡੀ ਆਬਾਦੀ ਉਹ ਆ ਜਿਹੜੀ ਪੋਲੀਟੀਸ਼ੀਅਨ ਚਾਹੇ ਕਿਸੇ ਵੀ ਪਾਰਟੀ ਦੇ ਆ ਉਹਨਾਂ ਦੇ ਨਾਲ ਅਟੈਚਡ ਆ ਜੀ। ਉਹ ਆਪਣੇ ਆਪ ਨੂੰ ਕਰਤਾ ਧਰਤਾ ਸਮਝਦੇ। ਤੇ ਰਹਿ ਕਿੰਨੇ ਪਰਸੈਂਟ ਗਏ? ਉਹ ਜਿਹੜੇ 15-20% ਸਾਡੇ ਰਹਿ ਜਾਂਦੀ ਆ ਆਬਾਦੀ, ਉਹ ਕੀ ਕਰਦੇ ਆ? ਉਹ ਆਪਣੇ ਸਿਰਫ ਆਪਣੇ ਪਰਿਵਾਰ ਚਲਾਉਣ ਦੇ, ਨੌਕਰੀਆਂ ਕਰਨ ਦੇ ਉੱਥੇ ਤੱਕ ਸੀਮਤ ਰਹਿੰਦੇ ਆ ਵੀ ਹਾਂਜੀ ਕਰਕੇ ਆ ਗਏ, ਕੰਮ ਖਤਮ, ਅਸੀਂ ਕੀ ਲੈਣਾ ਦੇਣਾ। ਬਹੁਤ ਸਾਰੇ ਸਾਡੇ ਪੜ੍ਹੇ ਲਿਖੇ ਔਰ ਇੰਟੈਲੀਜੈਂਟ ਵੀਰ ਇਸ ਤਰ੍ਹਾਂ ਦੇ ਹੈਗੇ ਨੇ ਤੇ ਸਾਡੀਆਂ ਭੈਣਾਂ ਵੀ ਇਸ ਤਰ੍ਹਾਂ ਦੀਆਂ ਹੈਗੀਆਂ ਨੇ ਜਿਹੜੀਆਂ ਕਹਿੰਦੀਆਂ ਨੇ, ਜੇ ਉਹਨਾਂ ਨੂੰ ਕਹੋ ਕਹਿੰਦੀਆਂ ਅਸੀਂ ਕੀ ਲੈਣਾ ਦੇਣਾ, ਛੱਡੋ, ਅਸੀਂ ਕਾਹਨੂੰ ਐਵੇਂ ਇਸ ਗੱਲ ਦੇ ਵਿੱਚ ਕਹੀਏ, ਅਸੀਂ ਸਾਡਾ ਕੋਈ ਇੰਟਰਸਟ ਨਹੀਂ ਹੈ। ਉਹ ਇੰਟਰਸਟ ਜਗਾਉਣਾ ਇੱਕ ਉਹ ਜ਼ਰੂਰੀ ਹੈ ਉਹਨਾਂ ਦੇ ਵਿੱਚ। ਚਾਹੁੰਦੇ ਤਾਂ ਹੈਗੇ ਆ ਬਦਲਾਵ, ਤਾਂ ਸਮਾਜ ਦੇ ਵਿੱਚ ਸਾਰੇ ਚਾਹੁੰਦੇ ਆ, ਦੁਖੀ ਵੀ ਆ ਸਾਰੇ ਦੇ ਸਾਰੇ ਸਮਾਜ ਤੋਂ, ਪਰ ਅੱਗੇ ਆਉਣਾ ਜਾਂ ਬਾਹਰ ਆਉਣਾ ਉਹਨਾਂ ਨੂੰ ਔਖਾ ਲੱਗਦਾ ਹੈ। ਤਾਂ ਐਸੀਆਂ ਵੀ ਹੈਗੀਆਂ ਨੇ, ਮੈਂ ਪਿੰਡਾਂ ਦੇ ਵਿੱਚ ਜਾਂਦੀਆਂ ਜਿਹੜੀਆਂ ਅਨਪੜ੍ਹ ਹੁੰਦੀਆਂ, ਮਜ਼ਦੂਰ ਹੁੰਦੀਆਂ ਨੇ, ਉਹ ਮੈਨੂੰ ਕਹਿ ਕੇ ਜਾਊਗੀਆਂ, ਕਹਿੰਦੀਆਂ ਵੀ ਤੁਸੀਂ ਸਾਨੂੰ ਸਮਝਾਇਆ ਇਸ ਗੱਲ ਬਾਰੇ, ਤੁਸੀਂ ਸਾਡੇ ਦਿਮਾਗ 'ਚ ਗੱਲ ਪਾਈ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਨੂੰ ਨਹੀਂ, ਅਸੀਂ ਇੰਨਾ ਦਿਮਾਗ ਨਹੀਂ ਲਾਈਦਾ, ਸਾਨੂੰ ਨਹੀਂ ਸਮਝ ਹੈਗੀ ਇੰਨੀ। ਕਈ ਵਾਰੀ 70 ਸਾਲ ਦੀਆਂ ਬਜ਼ੁਰਗ ਔਰਤਾਂ ਵਿੱਚ ਆ ਕੇ ਜਦੋਂ ਅਸੀਂ ਕੰਪੇਨ ਕਰਨ ਜਾਈਦਾ, ਉਹਨਾਂ ਨੂੰ ਇਕੱਠੀਆਂ ਕਰੀਦਾ ਨਾ, ਤੇ ਵਿੱਚ ਆ ਕੇ ਬੈਠਦੀਆਂ ਨੇ, ਬੜੀਆਂ ਖੁਸ਼ ਹੁੰਦੀਆਂ ਸੁਣ ਕੇ, ਕਹਿੰਦੀਆਂ ਜੀ ਚਲੋ ਤੁਸੀਂ ਨਿਕਲੇ ਆ ਬਾਹਰ, ਤੁਸੀਂ ਇਸ ਤਰ੍ਹਾਂ ਨਾਲ ਆਉਂਦੇ ਜਾਂਦੇ ਰਿਹਾ ਕਰੋ ਤਾਂ ਸਾਨੂੰ ਉਹਦਾ ਫਾਇਦਾ ਹੋਊਗਾ, ਤਾਂ ਅਸੀਂ ਵੀ ਨਾਲ ਕਰਾਂਗੇ ਤੁਹਾਡੇ। ਜੀ, ਮਤਲਬ ਤੁਹਾਡਾ ਕਹਿਣ ਦਾ ਵੀ ਬਹੁਤੀ ਹਿੰਮਤ ਆਪਣੇ ਆਪ ਨੇ ਲੋਕਾਂ ਦੇ ਵਿੱਚ ਹੈਗੀ, ਤੁਸੀਂ ਜਿਹੜੀ ਅਵੇਅਰਨੈਸ ਦੇ ਰਹੇ ਆ ਬਹੁਤ ਵਧੀਆ ਆ। ਜਿਵੇਂ ਹੁਣ ਤੁਸੀਂ ਦੱਸਿਆ ਆ ਕਿ ਉੱਥੇ ਨਸ਼ਿਆਂ ਦੇ ਵਿੱਚ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਜਾਂ 12 ਸਾਲ ਤੋਂ ਉੱਤੇ ਜਿਹੜੇ ਬੱਚੇ ਆ, ਉਹਨਾਂ ਨੇ ਜ਼ਰੂਰ ਨਸ਼ੇ ਦਾ ਸੇਵਨ ਇੱਕ ਅੱਧੀ ਵਾਰੀ ਕੀਤਾ ਆ। ਕਹਿੰਦੇ ਸ਼ਰਾਬ ਹੈਗੀ ਆ, ਹੋਰ ਜਿਹੜੀ ਸਿੰਥੈਟਿਕ ਡਰੱਗ ਆ ਉਹ ਕਿੰਨੀ ਆ ਗਈ ਆ ਪੰਜਾਬ ਦੇ ਵਿੱਚ। ਤੇ ਜਿਵੇਂ ਤੁਹਾਡਾ ਬੇਲਣਾ ਬ੍ਰਿਗੇਡ ਹੈਗਾ ਆ, ਇਹਦੇ ਵਿੱਚ ਇਹਨਾਂ ਦੇ ਕੀ ਟੀਚੇ ਆ, ਉਹ ਕਿਸ ਤਰ੍ਹਾਂ ਰੋਕ ਸਕਦੇ ਆ? ਬੇਲਣਾ ਬ੍ਰਿਗੇਡ ਦੇ ਵਿੱਚ ਇੱਕ ਤਾਂ ਅਸੀਂ ਜਿਹੜੀਆਂ ਇਹਦੀਆਂ ਐਂਡ ਸਫਰਰ ਆ ਉਹਨਾਂ ਨੂੰ ਹੀ ਅਸੀਂ ਇਹਦੇ ਵਿੱਚ ਲੈ ਰਹੇ ਹਾਂ ਕੰਪੇਨ ਕਰਨ ਲਈ ਵੀ, ਅਵੇਅਰ ਕਰਨ ਵਾਸਤੇ ਵੀ ਤੇ ਰੋਕਣ ਵਾਸਤੇ ਵੀ। ਜੀ ਮੈਂ ਸਮਝਦੀ ਹਾਂ ਵੀ ਜਿਹੜੀਆਂ ਨਸ਼ਿਆਂ ਦੀਆਂ ਐਂਡ ਸਫਰਰ ਆ ਉਹ ਔਰਤਾਂ ਹੀ ਹੁੰਦੀਆਂ, ਚਾਹੇ ਉਹ ਮਾਂ ਦੇ ਰੂਪ 'ਚ, ਚਾਹੇ ਭੈਣ ਦੇ ਰੂਪ 'ਚ, ਚਾਹੇ ਉਹ ਬੇਟੀ ਦੇ ਰੂਪ 'ਚ। ਜੀ, ਜੇ ਕਿਸੇ ਦਾ ਲੜਕਾ, ਜਿਸ ਤਰ੍ਹਾਂ ਨਾਲ ਹੁਣ ਅਸੀਂ ਜਾਂਦੇ ਹਾਂ ਪਿੰਡਾਂ ਦੇ ਵਿੱਚ ਦੇਖਦੇ ਹਾਂ ਕਿ 16, 17 ਸਾਲਾਂ ਦੇ ਬੱਚੇ ਆ ਜਿਹੜੇ ਨੇ 9ਵੀਂ 10ਵੀਂ ਕਲਾਸ ਦੇ ਵਿੱਚ ਪੜ੍ਹਦੇ ਹੁੰਦੇ ਆ, ਉਹ ਵੀ ਨਸ਼ਾ ਲੈਂਦੇ ਆ। ਪਤਾ ਨਹੀਂ ਪਾਊਡਰ ਜਿਹਾ ਖਾਂਦੇ ਆ, ਕੋਈ ਚਿੱਟਾ ਕਹਿੰਦੇ ਆ, ਚਿੱਟਾ ਕੁੜੀਆਂ ਖਾਂਦੇ ਨੇ ਉਹਦੀਆਂ, ਜਾਂ ਹੁਣ ਸਿਗਰਟਾਂ ਪੀਂਦੇ ਆ ਜਾਂ ਕੈਪਸੂਲ ਖਾਂਦੇ ਨੇ, ਤੇ ਉਹ ਵੀ ਨਸ਼ਾ ਕਰਦੇ ਆ। ਤੇ ਉਹਦੀ ਜਿਹੜੀ ਸਫਰਰ ਆ, ਹੁਣ ਜੇ ਮਾਂ ਦਾ ਜਿਹੜੀ ਦਾ ਲੜਕਾ, ਇੱਕ ਲੜਕਾ ਹੋਵੇ 15-16 ਸਾਲ ਦਾ ਹੋਵੇ, ਨਸ਼ੇ ਦੀ ਲੱਤ ਲੱਗੀ ਹੋਵੇ ਉਹਨੂੰ, ਤੇ ਦੱਸੋ ਉਹਦਾ ਕੀ ਹਾਲ ਹੋਊਗਾ। ਅੱਧੀਆਂ ਤਾਂ ਡਰਦੀਆਂ ਮਾਰੀਆਂ ਦੱਸਦੀਆਂ ਨਹੀਂ, ਬੇਇੱਜ਼ਤੀ ਹੁੰਦੀ ਆ, ਬੇਇੱਜ਼ਤੀ ਹੋਈ।
ਤੇ ਅੱਧੀਆਂ ਜੇ ਦੱਸਦੀਆਂ ਵੀ ਹੈਗੀਆਂ ਤਾਂ ਉਹਨਾਂ ਦੇ ਕੋਲ ਉਹਦਾ ਹੱਲ ਜਾਂ ਉਹਨਾਂ ਦੇ ਕੋਲ ਉਹਦਾ ਕੋਈ ਸੋਲੂਸ਼ਨ ਨਹੀਂ ਹੁੰਦਾ ਕਿ ਅਸੀਂ ਕਿੱਧਰ ਨੂੰ ਜਾਈਏ ਤੇ ਕਿਹਨੂੰ ਕਹੀਏ। ਜੀ ਜੀ। ਤੇ ਉਸ ਤੋਂ ਬਾਅਦ ਦੇ ਵਿੱਚ ਕਈ ਮੁੰਡੇ ਇਸ ਤਰ੍ਹਾਂ ਦੇ ਨੇ ਜਿਹੜੇ 15-15 ਸਾਲ ਦੇ ਲੱਗੇ ਹੋਏ ਨੇ ਨਸ਼ੇ ਖਾਣ ਲਈ, ਅੱਜ 6-6 7-7 ਸਾਲ ਹੋ ਗਏ, 22-22 23 ਸਾਲ ਦੇ। ਜਿਸ ਤਰ੍ਹਾਂ ਇੱਕ ਪੇਸ਼ੈਂਟ ਹੁੰਦਾ ਇਸ ਤਰ੍ਹਾਂ ਦੀਆਂ ਉਹਨਾਂ ਦੀਆਂ ਹਾਲਤਾਂ ਹੁੰਦੀਆਂ ਨੇ। ਉਹ ਕੀ ਕੰਮ ਕਰਨਗੇ, ਕੀ ਉਹ ਸੋਚਣਗੇ, ਕੀ ਉਹ ਘਰਦਿਆਂ ਨੂੰ ਕੰਮ ਕਰਕੇ ਦੇਣਗੇ ਜਾਂ ਕੀ ਉਹ ਨੌਕਰੀਆਂ ਕਰਨਗੇ, ਕੁਛ ਨਹੀਂ ਕਰਦੇ। ਉਹ 5-5 6-6 ਹਜ਼ਾਰ ਰੁਪਏ ਮਹੀਨੇ ਦੇ ਉੱਤੇ ਉਹਨਾਂ ਦੇ ਮਾਂ-ਬਾਪ ਉਹਨਾਂ ਨੂੰ ਨੌਕਰੀਆਂ ਤੇ ਲਵਾਉਂਦੇ ਫਿਰਦੇ, ਕਿਉਂਕਿ ਪੜ੍ਹਦੇ ਤਾਂ ਹੈ ਹੀ ਨਹੀਂ। ਉਹ ਕੋਈ 10ਵੀਂ ਕਰਕੇ ਹਟ ਜਾਂਦਾ, ਕੋਈ 10ਵੀਂ ਤੋਂ ਫੇਲ ਹੋ ਗਿਆ ਜਾ ਕੇ। ਸਾਡੀ ਸਰਕਾਰ ਨੇ ਐਜੂਕੇਸ਼ਨ ਪਾਲਿਸੀ ਨਾਲ ਏਦਾਂ ਦੀ ਬਣਾਤੀ ਵੀ 9ਵੀਂ ਤੱਕ ਫੇਲ ਨਹੀਂ ਕਰਨਾ ਤੇ 10ਵੀਂ ਚ ਪਾਸ ਨਹੀਂ ਹੋਣਾ ਉਹਨੂੰ ਲੈ ਕੇ। ਉਹ ਸਾਰੇ ਦੇ ਸਾਰੇ ਡਿਸਅਪੁਆਇੰਟਡ ਇੱਕ ਨਾ ਇਹਨਾਂ ਨੇ ਕਲਾਸ ਇਹੋ ਜਿਹੀ ਪੈਦਾ ਕਰ ਦਿੱਤੀ ਆ ਕਿ ਜਿਨ੍ਹਾਂ ਦੀ ਸੋਚਣ ਸ਼ਕਤੀ ਖਤਮ ਹੋ ਚੁੱਕੀ ਆ ਉਹਨਾਂ ਲੋਕਾਂ ਦੀ ਜੀ। ਉਹਨਾਂ ਨੂੰ ਇਹੀ ਆ, ਉਹਨਾਂ ਦੇ ਮਾਂ-ਬਾਪ ਫਿਰ ਆਉਂਦੇ ਆ ਜੀ ਸਾਡੇ ਮੁੰਡੇ ਨੂੰ ਕਿਤੇ ਨੌਕਰੀ ਤੇ ਲਵਾ ਲਓ, 5-6 ਹਜ਼ਾਰ ਰੁਪਇਆ ਮਿਲ ਜਾਵੇ। 5-6 ਹਜ਼ਾਰ ਰੁਪਇਆ ਮਿਲ ਕੇ ਕੀ ਕਰੂਗਾ? ਉਹ ਆਪਣਾ ਇੱਕ ਫੋਨ ਲੈਂਦਾ, ਇੱਕ ਆਪਣੀ ਬਾਈਕ ਦੇ ਵਿੱਚ ਡੀਜ਼ਲ ਪਵਾ ਕੇ ਘੁੰਮਦਾ ਫਿਰਦਾ, 1000-2000 ਜਿਹੜਾ ਹੁੰਦਾ ਆਪਣਾ ਖਰਚ ਲੈਂਦਾ ਜੀ। ਜਿਹੜੀਆਂ ਔਰਤਾਂ ਦੇ ਉੱਤੇ ਜਿਹੜੀ ਹਿੰਸਾ ਵਧੀ ਹੋਈ ਆ ਉਹਦਾ ਵੀ ਕਾਰਨ ਇਹੀ ਆ ਕਿਉਂਕਿ ਉਹਨਾਂ ਦੇ ਕੋਲ ਕੋਈ ਕਮਾਈ ਦਾ ਸਾਧਨ ਨਹੀਂ ਹੁੰਦਾ, ਸੋਚਣ ਸ਼ਕਤੀ ਨਹੀਂ ਹੁੰਦੀ। ਜੇ ਕੁੜੀਆਂ ਸਾਡੀਆਂ ਥੋੜਾ ਜਿਹਾ ਲੜਕਿਆਂ ਦੇ ਨਾਲ ਥੋੜਾ ਜਿਹਾ ਕੀ ਬਹੁਤ ਜ਼ਿਆਦਾ ਇਸ ਵੇਲੇ ਲੜਕਿਆਂ ਨਾਲੋਂ ਜ਼ਿਆਦਾ ਪੜ੍ਹ ਰਹੀਆਂ ਨੇ, ਪੜ੍ਹਨ ਤੋਂ ਬਾਅਦ ਉਹਨਾਂ ਦੇ ਟੀਚਰ ਹੀ ਹੁੰਦੇ ਵੀ ਵਧੀਆ ਘਰ ਲੱਭੇ, ਸਾਨੂੰ ਵਧੀਆ ਲੜਕੇ ਨਾਲ ਵਿਆਹ ਕਰਾ ਲਈਏ ਤੇ ਸਾਨੂੰ ਕੰਮ ਨਾ ਕਰਨਾ ਪਵੇਗਾ ਜੀ। ਮੋਸਟਲੀ ਇਹੀ ਸੋਚਦੀਆਂ ਕੁੜੀਆਂ। ਜਦੋਂ ਇਹ ਚੀਜ਼ਾਂ ਪੂਰੀਆਂ ਨਹੀਂ ਹੁੰਦੀਆਂ ਫਿਰ ਲੜਾਈਆਂ ਹੁੰਦੀਆਂ, ਫਿਰ ਤਲਾਕ ਹੁੰਦੀਆਂ, ਫਿਰ ਹਿੰਸਾ ਹੁੰਦੀ, ਮਾਰ ਕੁਟਾਈਆਂ ਹੁੰਦੀਆਂ, ਸੁਸਾਈਡ ਹੁੰਦੇ ਨੇ ਜਾ ਕੇ। ਤੇ ਇਸ ਵੇਲੇ ਸਮਾਜ ਦੀ ਜਿਹੜੀ ਇਹ ਦਸ਼ਾ ਹੈਗੀ ਆ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੋਈ ਆ। ਸਾਨੂੰ ਜਾਗਰੂਕ ਕਰਨਾ ਪੈਣਾ ਤੇ ਨਾਲ ਤਾਂ ਕਿ ਜੇ ਜਿਹੜੀਆਂ ਔਰਤਾਂ ਮਾਵਾਂ ਨੇ ਉਹ ਆਪਣੇ ਲੜਕਿਆਂ ਨੂੰ ਰੋਕਣ, ਉਹ ਇਸ ਚੀਜ਼ ਨੂੰ ਰੋਕਣ। ਜੇ ਕੋਈ ਜਿਸ ਤਰ੍ਹਾਂ ਹੁਣ ਇਲੈਕਸ਼ਨਾਂ ਦੇ ਵਿੱਚ ਇਹ ਡਾਟਾ ਇੱਕ ਇਲੈਕਸ਼ਨ ਕਮਿਸ਼ਨ ਨੇ ਕੱਢਿਆ ਹੋਇਆ ਡਾਟਾ ਆ ਔਨ ਦਾ ਰਿਕਾਰਡ ਕਿ 8 ਤੋਂ 10% ਜਿਹੜੇ ਨਵੇਂ ਯੁਵਕ ਆ ਇਲੈਕਸ਼ਨਾਂ ਦੇ ਦੌਰਾਨ ਨਸ਼ੇ ਦਾ ਸ਼ਿਕਾਰ ਹੁੰਦੇ ਆ ਜੀ। ਉਹ ਜਿਹੜੇ 10% ਆ ਜਿਹੜੇ ਸ਼ਿਕਾਰ ਹੋ ਗਏ ਉਹਨਾਂ ਦਾ ਨਸ਼ਾ ਛੁੱਟਣ ਲਈ ਤਾਂ ਪੰਜਾਬ ਦੇ ਵਿੱਚ ਨਸ਼ਾ ਛੁਡਾਉਣ ਲਈ ਕੋਈ ਥਾਂ ਨਹੀਂ ਹੈਗੀ। ਸਰਕਾਰ ਆਪਣੇ ਪ੍ਰੋਜੈਕਟ ਬਣਾਉਂਦੀ ਆ, ਕੇਂਦਰ ਖੋਲ੍ਹਦੀ ਆ ਡੀ ਐਡਿਕਸ਼ਨ। ਅੱਜ ਦਾ ਕੋਈ ਬੰਦਾ ਦੱਸੇ ਵੀ ਜਿਹੜੀ ਡੀ ਐਡਿਕਸ਼ਨ ਕਰਕੇ ਦੱਸੀ ਹੋਵੇ ਮੈਨੂੰ ਕਿਸੇ ਦਾ ਨਸ਼ਾ ਨਹੀਂ ਛੁਡਾਇਆ, ਪੈਸੇ ਆਉਂਦੇ ਨੇ ਪਤਾ ਨਹੀਂ ਕਿੱਥੇ ਜਾਂਦੇ ਆ, ਕੀ ਕਰਦੇ ਆ ਜਾ ਕੇ, ਕੋਈ ਰਸਤਾ ਨਹੀਂ ਲੱਭਦਾ। ਲੋਕਾਂ ਨੂੰ 20-20 25-25 ਹਜ਼ਾਰ ਰੁਪਇਆ ਦਾ ਖਰਚਾ ਕਰਨਾ ਪੈਂਦਾ ਡੀ ਐਡਿਕਸ਼ਨ ਨਾਲ, ਉਸ ਤੋਂ ਬਾਅਦ ਵੀ ਨਹੀਂ ਛੁੱਟਦੇ ਨਸ਼ੇ। ਤੇ ਉਹ ਜਿਹੜੇ 10% ਯੁਵਕ ਨਸ਼ੇ ਦੇ ਸ਼ਿਕਾਰ ਹੋ ਜਾਂਦੇ ਉਹ ਤਾਂ ਪਰਮਾਨੈਂਟਲੀ ਆਦੀ ਹੋ ਗਏ ਉਹਦੇ। ਉਹਨਾਂ ਨੇ ਤਾਂ ਛੱਡਣਾ ਹੀ ਨਹੀਂ, ਨਾ ਉਹਨਾਂ ਨੇ ਸੋਚਣਾ ਕੁਛ, ਨਾ ਉਹਨਾਂ ਨੇ ਕੋਈ ਕੰਮ ਕਰਨਾ, ਅਪਾਹਜ ਹੋ ਜਾਣਾ ਉਹਨਾਂ ਨੇ ਤਾਂ ਦਿਮਾਗੀ ਤੌਰ ਤੇ। ਬਸ ਸਾਡੀ ਜਿਹੜੀ ਜਨਰੇਸ਼ਨ ਹੈ ਨਾ ਨਸਲ ਖਤਮ ਹੋਈ ਜਾ ਰਹੀ ਹੈ ਜੀ। ਤੁਸੀਂ ਜਿਵੇਂ ਦੱਸਦੇ ਕਿ ਉੱਥੇ ਜਿੱਦਾਂ ਨਸ਼ੇ ਆ ਬਿਲਕੁਲ ਹੀ ਨਸ਼ਿਆਂ ਦਾ ਤਾਂ ਇੱਕ ਦਰਿਆ ਹੀ ਵਗ ਰਿਹਾ ਹੈ ਕਿ ਨਸ਼ਿਆਂ ਦੇ ਨਾਂ ਲੈਣੇ ਵੀ ਔਖੇ ਹੋ ਗਏ ਕਿ ਕਿਸ ਤਰ੍ਹਾਂ ਦੇ ਉੱਥੇ ਨਸ਼ੇ ਆ ਗਏ ਆ। ਤੇ ਤੁਸੀਂ ਜਿਹੜਾ ਕਹਿੰਦੇ ਵੀ ਘਰ ਦੇ ਵਿੱਚ ਜਦੋਂ ਬਿੱਲੀ ਆ ਜਾਂਦੀ ਆ ਤੇ ਉੱਥੇ ਚੂਹੇ ਮੁੱਕ ਜਾਂਦੇ, ਜਿਹੜਾ ਤੁਸੀਂ ਕੰਮ ਸ਼ੁਰੂ ਕੀਤਾ ਆ, ਤੁਸੀਂ ਬਹੁਤ ਹੀ ਵੱਡੀਆਂ ਜ਼ਿੰਮੇਵਾਰੀਆਂ ਲੈ ਕੇ ਤੁਰੇ ਆ ਤੇ ਤੁਹਾਨੂੰ ਇਹਦੇ ਵਿੱਚ ਥੋੜਾ ਜਿਹਨੂੰ ਨਾਲ ਤੋਰਨੇ ਲਈ ਵੀ ਬਹੁਤ ਹੀ ਮੁਸ਼ਕਲ ਦਾ ਵੀ ਸਾਹਮਣਾ ਕਰਨਾ ਪਊਗਾ ਕਿਉਂਕਿ ਇੰਡੀਆ ਦੇ ਵਿੱਚ ਸਪੈਸ਼ਲੀ ਇੰਡੀਆ ਦੇ ਵਿੱਚ ਜਿਹੜੀ ਆ ਔਰਤ ਆ ਇੰਨੀ ਜਾਗਰੂਕ ਨਹੀਂ ਜਿੰਨਾ ਉਹਨੂੰ ਹੋਣਾ ਚਾਹੀਦਾ ਆ। ਕਿਉਂਕਿ ਕਈ ਵਾਰੀ ਜਿਹੜੀਆਂ ਬੀਬੀਆਂ ਉਹਨਾਂ ਦੇ ਕੋਲ ਟਾਈਮ ਵੀ ਹੁੰਦਾ ਆ ਪਰ ਉਹ ਮਨੋਰੰਜਨ ਦੇ ਸਾਧਨ ਜਿਹੜੇ ਆ ਗਏ ਆ, ਟੀਵੀ ਦੇਖੀ ਜਾਵੋ ਜਾਂ ਕੋਈ ਚੱਜ ਦੀਆਂ ਕਿਤਾਬਾਂ ਨਹੀਂ ਪੜ੍ਹਨੀਆਂ, ਉਹ ਬਹੁਤ ਇਹੋ ਜਿਹਾ ਕੰਮ ਬਹੁਤ ਆ ਕਿ ਉੱਥੇ ਦੇ ਲੋਕ ਆ ਜਿਹੜੇ ਜਾਗਰੂਕ ਨਹੀਂ ਹੋ ਰਹੇ ਕਿ ਅਸੀਂ ਆਪਣੇ ਘਰ ਦੇ ਵਿੱਚੋਂ ਹੀ ਜਿਵੇਂ ਤੁਸੀਂ ਦੱਸਿਆ ਆ ਕਿ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨਸ਼ਾ ਆ ਇਹ ਸਾਡੀਆਂ ਜਿਹੜੀਆਂ ਕੁੜੀਆਂ ਨੂੰ ਵੀ ਲੱਗ ਚੁੱਕਾ ਆ। ਉਸ ਨੂੰ ਖਤਮ ਕਰਨ ਲਈ ਜਿਹੜੀ ਮੁਹਿੰਮ ਸ਼ੁਰੂ ਕੀਤੀ ਆ, ਅਸੀਂ ਕਹਿੰਦੇ ਆ ਕਿ ਤੁਸੀਂ ਇਸ ਦੇ ਵਿੱਚ ਜਿਹੜਾ ਉਹ ਕਾਮਯਾਬ ਜ਼ਰੂਰ ਹੋਵੋ। ਤੇ ਕੀ ਤੁਸੀਂ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਤੇ ਨਹੀਂ ਐਫੀਲੀਏਟਡ? ਨਹੀਂ ਜੀ ਨਹੀਂ, ਪੋਲੀਟੀਕਲ ਪਾਰਟੀਆਂ ਤਾਂ ਸਾਨੂੰ ਕੰਮ ਹੀ ਨਹੀਂ ਕਰਨ ਦੇਣਗੀਆਂ, ਅਸੀਂ ਤਾਂ ਖਤਮ ਹੋ ਜਾਂਗੇ ਉਹਨਾਂ ਨਾਲ ਰਲ ਕੇ ਜੀ। ਜੀ ਪੋਲੀਟੀਕਲ ਪਾਰਟੀਆਂ ਤਾਂ ਚਾਹੁੰਦੀਆਂ ਨਸ਼ੇ ਬੰਦ ਹੋਣ ਹੀ ਨਾ ਜੀ। ਜੀ ਸਾਡਾ ਸੋਸ਼ਲ NGO ਆ, ਅਸੀਂ ਇਹਨੂੰ ਸੋਸ਼ਲ ਹੀ ਰੱਖਣਾ, ਪੋਲੀਟੀਕਲ ਪਾਰਟੀ ਦੇ ਨਾਲ ਸਾਡਾ ਕੋਈ ਸੰਬੰਧ ਨਹੀਂ, ਨਾ ਅਸੀਂ ਕਰਨਾ ਤੇ ਨਾ ਸਾਨੂੰ ਜ਼ਰੂਰਤ। ਹਾਂ ਬਿਲਕੁਲ ਜੀ, ਤੁਹਾਡੀ ਬਹੁਤ ਵਧੀਆ ਸੋਚ ਹੈ ਕਿ ਤੁਸੀਂ ਪੋਲਿਟਿਕਸ ਦੇ ਵਿੱਚ ਨਹੀਂ ਜਾ ਰਹੇ। ਜਿਹੜੀ ਤੁਹਾਡੀ NGO ਆ ਜਿਹੜੀ ਤੁਸੀਂ ਇਹ ਸੋਸ਼ਲੀ ਰੱਖੀ ਹੋਈ ਆ ਕਿ ਜਿੰਨੀਆਂ ਵੀ ਇਹ ਬੁਰਾਈਆਂ ਇਹਨਾਂ ਨੂੰ ਅਸੀਂ ਜਿਹੜਾ ਇਹ ਖਤਮ ਕਰਨਾ। ਤੇ ਤੁਸੀਂ ਇਹ ਸ਼ੁਰੂ ਤੇ ਲੁਧਿਆਣੇ ਤੋਂ ਕੀਤੀ ਹੈ, ਕਿ ਹੋਰ ਸ਼ਹਿਰਾਂ ਦੇ ਵਿੱਚ ਵੀ ਤੁਹਾਡੀਆਂ ਸ਼ਾਖਾ ਹੈਗੀਆਂ ਆ ਜਾਂ ਤੁਹਾਡੇ ਸਪੋਰਟਰ ਹੈਗੇ ਹੋਰ ਸ਼ਹਿਰਾਂ ਦੇ ਵਿੱਚ ਵੀ? ਹਾਂਜੀ ਹਾਂਜੀ ਬਿਲਕੁਲ ਜੀ, ਅਸੀਂ ਜਲੰਧਰ ਆਪਣੀ ਟੀਮ ਬਣਾ ਕੇ ਆਏ ਹੋਏ ਆ। ਉਹ ਅਲੱਗ ਤੋਂ ਜਲੰਧਰ ਦੇ ਡਿਸਟ੍ਰਿਕਟ ਦੇ ਵਿੱਚ ਜਲੰਧਰ ਦੇ ਸਲਮ ਏਰੀਏ 'ਚ ਉੱਧਰ ਜਾਂਦੇ ਕੰਪੇਨ ਕਰਨ ਵਾਸਤੇ। ਤੇ ਉਸ ਤੋਂ ਬਾਅਦ ਚੰਡੀਗੜ੍ਹ ਅਸੀਂ ਟੀਮ ਬਣਾ ਕੇ ਆਏ ਆ, ਉਹ ਉੱਥੇ ਜਾਂਦੇ ਆ ਕੰਪੇਨ ਕਰਨ ਵਾਸਤੇ।
ਹੁਸ਼ਿਆਰਪੁਰ ਬਣਾਈ ਹੋਈ ਹੈ ਟੀਮ, ਉਹ ਹੁਸ਼ਿਆਰਪੁਰ ਦੇ ਏਰੀਆ ਨੂੰ ਕਵਰ ਕਰਦੇ ਆ। ਜਿੰਨਾ ਮਤਲਬ ਦੇਖੋ ਸਾਡੇ ਕੋਲ ਰਿਸੋਰਸਿਸ ਲਿਮਿਟਡ ਨੇ ਜੀ ਜੀ। ਕੰਪੇਨ ਤਾਂ ਭਾਵੇਂ ਅਸੀਂ 50 ਟੀਮਾਂ ਬਣਾ ਕੇ ਕਰ ਲਈਏ ਇੱਕ ਵਾਰ ਇਕੱਠੀ, ਰਿਸੋਰਸਿਸ ਵੀ ਨਾਲ ਦੀ ਨਾਲ ਦੇਖਣੇ ਪੈਂਦੇ ਆ ਤੇ ਸਾਨੂੰ ਮਿਹਨਤ ਵੀ ਸਾਰੀ ਖੁਦ ਹੀ ਕਰਨੀ ਪੈਂਦੀ ਆ। ਤੇ ਇਸ ਕਰਕੇ ਜਿੰਨਾ ਜਿੰਨਾ ਹੁੰਦਾ, ਜਿਹੜੀ ਟੀਮ ਬਣਾਈ ਦੀ ਉਹਨੂੰ ਕਹੀਦਾ ਵੀ ਤੁਸੀਂ ਰੋਜ਼ ਦੀ ਰੋਜ਼ ਇੱਕ ਮੋਟਿਵ ਰੱਖ ਲਓ ਤੇ ਰੋਜ਼ ਦੀ ਰੋਜ਼ 20, 50, 60, 100 ਔਰਤ ਇਕੱਠੀ ਕਰਕੇ ਉਹਨਾਂ ਨੂੰ ਦੱਸਣਾ ਹੀ ਦੱਸਣਾ। ਬਾਕੀ ਔਰਤਾਂ ਨੂੰ ਅਸੀਂ ਇਕੱਠੀਆਂ ਕਰੀਦਾ, ਉਹਨਾਂ ਨੂੰ ਵੀ ਕਹੀਦਾ ਵੀ ਤੁਹਾਡੀ ਜ਼ਿੰਮੇਵਾਰੀ ਹੈ, ਤੁਸੀਂ 10-10 ਔਰਤਾਂ ਨੂੰ ਜ਼ਰੂਰ ਦੱਸਣਾ, 10-10 ਔਰਤਾਂ ਨਾਲ ਜੋੜੋ। ਜੀ ਜੀ, ਬਹੁਤ ਵਧੀਆ। ਪਿੰਡਾਂ ਦੇ ਵਿੱਚ ਜਦੋਂ ਜਾਂਦੀ ਅਸੀਂ 6-7 ਪਿੰਡ ਇਕੱਠੇ ਕਰ ਦੇਈਦੇ ਆ, ਉੱਥੇ 2-2, 250-250 ਲੋਕ ਇਕੱਠੇ ਹੋ ਜਾਂਦੇ, ਆਦਮੀ ਵੀ ਇਕੱਠੇ ਹੁੰਦੇ ਆ, ਉਹ ਵੀ ਪੂਰਾ ਸੁਣ ਕੇ ਧਿਆਨ ਨਾਲ ਜਾਂਦੇ ਆ। ਕਿਉਂਕਿ ਜਿਹੜੇ ਖੁਦ ਨਸ਼ੇ ਕਰਦੇ ਆ ਉਹਨਾਂ ਨੂੰ ਵੀ ਅਸੀਂ ਕਹੀਦਾ ਕਿ ਤੁਸੀਂ ਤਾਂ ਨਸ਼ੇ ਕਰਦੇ ਆ, ਆਪਣੇ ਬੱਚਿਆਂ ਨੂੰ ਬਚਾਓ, ਉਹਨਾਂ ਨੂੰ ਬਚਾਓ, ਉਹਨਾਂ ਲਈ ਤਾਂ ਚੰਗਾ ਕਰਦੇ ਹੋ ਕੁਛ। ਤੇ ਉਹ ਵੀ ਬੜੇ ਧਿਆਨ ਨਾਲ ਸੁਣਦੇ ਆ। ਤਾਂ ਚਾਹੁੰਦੇ ਤਾਂ ਹੈਗੇ ਆ, ਪਰ ਰਸਤਾ ਵੀ ਤਾਂ ਚਾਹੀਦਾ ਨਾ ਉਹਨਾਂ ਨੂੰ, ਨਸ਼ਿਆਂ ਨੂੰ ਛੱਡਣ ਲਈ ਜਾਂ ਹਟਣ ਲਈ, ਉਸ ਦੇ ਵਿੱਚੋਂ ਬਾਹਰ ਆਉਣ ਵਾਸਤੇ ਰਸਤਾ ਤਾਂ ਚਾਹੀਦਾ ਹੀ ਨਾ ਕੋਈ ਨਾ ਕੋਈ। ਫਿਰ ਅਸੀਂ ਉਹਨਾਂ ਨੂੰ ਇਹ ਵੀ ਕਹੀਦਾ ਆਪਣੀ ਕੰਪੇਨ ਦੇ ਵਿੱਚ ਵੀ ਤੁਸੀਂ 5 ਸਾਲ ਪੂਰਾ ਨਸ਼ਾ ਖਰੀਦ ਕੇ ਖਾਂਦੇ ਆ ਆਪਣਾ ਜੀ, ਜੇ ਤੁਸੀਂ 1 ਮਹੀਨਾ ਫ੍ਰੀ ਦੇ ਵਿੱਚ ਨਾ ਲੈ ਕੇ ਖਾਓਗੇ ਤੇ ਇਹ ਜਿਹੜੇ ਪੋਲੀਟੀਸ਼ੀਅਨ ਆ ਸਾਡੇ, ਇਹਨਾਂ ਨੂੰ ਸਮਝ ਆ ਜਾਊਗੀ ਕਿ ਅਸੀਂ ਹੁਣ ਨਸ਼ਾ ਵੰਡ ਕੇ ਵੋਟਾਂ ਨਹੀਂ ਲੈ ਸਕਦੇ। ਇਹਨਾਂ ਲੋਕਾਂ ਨੇ ਸਾਨੂੰ ਵੋਟਾਂ ਨਹੀਂ ਪਾਉਣੀਆਂ, ਚਾਹੇ ਨਸ਼ਾ ਕਰਦੇ ਵੀ ਆ ਤਾਂ ਵੀ ਨਹੀਂ ਪਾਉਣੀਆਂ ਵੋਟਾਂ ਇਹਨਾਂ ਨੇ। ਜੀ ਜੀ ਜੀ, ਨਸ਼ਾ ਲੈਣਾ ਨਹੀਂ ਤੁਸੀਂ ਕਿਸੇ ਦੇ ਕੋਲੋਂ ਵੀ ਬਸ। ਅਤੇ ਜੀ ਜਿਵੇਂ ਤੁਸੀਂ ਇੰਨਾ ਵਧੀਆ ਪ੍ਰੋਗਰਾਮ ਲੈ ਕੇ ਚੱਲੇ ਹੈਗੇ ਆ, ਤੇ ਕੀ ਇਹਦੇ ਵਿੱਚ ਨਾ ਮੀਡੀਆ ਦੀ ਬਹੁਤ ਜ਼ਰੂਰਤ ਹੁੰਦੀ ਆ ਕਿ ਜਿਹੜਾ ਮੀਡੀਆ ਆ ਉਹ ਵੀ ਜਾਗਰੂਕ ਕਰੇ, ਚੰਗੇ ਪ੍ਰੋਗਰਾਮ ਲੈ ਕੇ ਆਵੇ ਲੋਕਾਂ ਲਈ, ਲੋਕਾਂ ਨੂੰ ਦੱਸੇ NGO ਬਾਰੇ ਕਿ ਤੁਸੀਂ ਜਿਹੜੇ ਲੋਕ ਭਲਾਈ ਦੇ ਕੰਮ ਕਰ ਰਹੇ ਆ। ਤੇ ਇਹਦੇ ਵਿੱਚ ਤੁਹਾਡੀ ਕਿਸੇ ਮੀਡੀਆ ਨੇ ਪੰਜਾਬ ਦੇ ਵਿੱਚ ਕੋਈ ਅੱਗੇ ਆਇਆ ਇਸ ਚੀਜ਼ ਦੇ ਵਿੱਚ ਹੈਲਪ ਕਰਨ ਲਈ? ਹਾਂਜੀ, ਸਾਨੂੰ ਮੀਡੀਆ ਬਹੁਤ ਸਪੋਰਟ ਕਰ ਰਿਹਾ, ਸਾਰੇ ਪ੍ਰਿੰਟ ਮੀਡੀਆ ਵੀ ਤੇ ਇਲੈਕਟ੍ਰੋਨਿਕਸ ਮੀਡੀਆ ਵੀ। ਇਹ ਬਹੁਤ ਵਧੀਆ ਅਭਿਆਨ ਸ਼ੁਰੂ ਕੀਤਾ ਤੇ ਸਾਡੀ ਜਿੱਥੇ ਜ਼ਰੂਰਤ ਹੈ ਸਾਨੂੰ ਦੱਸੋ, ਤੁਸੀਂ ਜਿਹੜੀ ਚੀਜ਼ ਕਵਰ ਕਰਾਣੀ, ਉਹ ਕੰਪੇਨਾਂ ਸਾਡੀਆਂ ਕਵਰ ਕਰਨ ਜਾਂਦੇ ਆ ਨਾਲ। ਠੀਕ ਹੈ ਜੀ। ਤੇ ਪ੍ਰਿੰਟ ਮੀਡੀਆ ਵੀ ਸਾਰੀ ਜਿੱਥੇ ਕੰਪੇਨ ਕਰਨ ਜਾਈਦਾ, ਜੇ ਅਸੀਂ ਉਹਨਾਂ ਨੂੰ ਭੇਜੀਦਾ ਤੇ ਇਹ ਕਰਕੇ ਆਏ ਆ ਅਸੀਂ ਜਾਂ ਕੋਈ ਇਸ਼ੂ ਹੁੰਦਾ ਤਾਂ ਉਹਨਾਂ ਨੂੰ ਦੱਸੀਦਾ, ਉਹ ਜ਼ਰੂਰ ਉਹਨੂੰ ਪਬਲਿਸ਼ ਕਰਦੀ ਆ। ਹਾਂ ਤੇ ਜੀ ਮੈਂ ਨਾਲ ਲੱਗਦੀ ਇੱਕ ਗੱਲ ਕਰਾਂਗੀ ਕਿ ਜਿਵੇਂ ਤੁਸੀਂ ਇਹ ਬੀੜਾ ਚੱਕਿਆ ਆ ਕਿ ਜਿਵੇਂ ਨਸ਼ਿਆਂ ਦਾ ਆ, ਇਸ ਵੇਲੇ ਪੰਜਾਬ ਦੇ ਨੂੰ ਨਸ਼ਿਆਂ ਨੇ ਖਾ ਲਿਆ ਆ, ਤੇ ਇਹਦੇ ਵਿੱਚ ਕੋਈ ਵੀ ਮੇਰੇ ਖਿਆਲ ਚ ਅਜੇ ਧਾਰਮਿਕ ਸੰਸਥਾ ਤੁਹਾਡੇ ਨਾਲ ਲੱਗਣ ਨੂੰ ਮੋਹਰੇ ਆਈ ਜਾਂ ਨਹੀਂ? ਧਾਰਮਿਕ ਸੰਸਥਾ ਜੇ ਅੱਜ ਤੱਕ ਕੋਈ ਵੀ, ਤੇ ਕੁਛ NGO ਜ਼ਰੂਰ ਹੈਗੇ ਨੇ ਜਿਹੜੇ ਕਹਿੰਦੇ ਨੇ ਜੀ ਅਸੀਂ ਤੁਹਾਡੀ ਸਪੋਰਟ ਕਰਾਂਗੇ। ਜੀ ਜੀ, ਕਿਉਂਕਿ ਬਿਲਕੁਲ ਸਪੋਰਟ ਦੀ ਲੋੜ ਆ। ਤੇ ਜਿਵੇਂ ਤੁਸੀਂ ਜਾਂਦੇ ਆ ਘਰ ਦੇ ਵਿੱਚ ਜਾਂ ਤੁਸੀਂ ਹੋਰ ਲੋਕਾਂ ਨੂੰ, ਕੀ ਤੁਸੀਂ ਉਸ ਏਰੀਏ ਦੇ ਵਿੱਚ ਜਾਓਗੇ? ਜਿਵੇਂ ਅੰਮ੍ਰਿਤਸਰ ਦੇ ਵਿੱਚ ਇੱਧਰ ਬਹੁਤ ਸਾਰੇ ਏਰੀਏ ਆ ਜਿੱਥੇ ਜਿਹੜੀ ਡਰੱਗ ਆ, ਜਿਵੇਂ ਬਾਰਡਰ ਏਰੀਆ ਲਾ ਲਓ, ਉੱਥੇ ਡਰੱਗ ਦੇ ਆ ਜਿਹੜੇ ਘਰਾਂ ਦੇ ਘਰ ਖਾਲੀ ਹੋ ਗਏ ਆ, ਕੀ ਉਧਰ ਵੀ ਤੁਹਾਡੀ ਕੋਈ ਹੈ ਇਕਾਈ? ਬਿਲਕੁਲ ਬਿਲਕੁਲ, ਸਾਨੂੰ ਇੱਥੇ ਸਾਡੇ ਲੁਧਿਆਣੇ ਦੇ ਕੋਲ ਹੀ ਇੱਕ ਪਿੰਡ ਪੈਂਦਾ, ਜਾਂਗਪੁਰ ਏਲੀ ਪਿੰਡ ਪੈਂਦਾ ਉਹ ਜੀ। ਉੱਥੇ ਨਾ 7 ਲੜਕਿਆਂ ਦੀ ਡੈਥ ਹੋ ਚੁੱਕੀ ਆ। ਚਿੱਟਾ ਉੱਥੇ ਕਹਿੰਦੇ ਜੀ ਚਿੱਟਾ ਵੇਚਦੇ ਆ, ਵੰਡਦੇ ਆ ਘਰ। 8 ਲੜਕੀ ਉੱਥੇ ਡੈਥ ਹੋ ਚੁੱਕੀ ਆ ਤੇ 12-14 ਜਿਹੜੇ ਹੋਰ ਤਿਆਰ ਨੇ ਡੈਥ ਵਾਸਤੇ 1-2 ਸਾਲ ਦੇ ਵਿੱਚ। ਮਤਲਬ ਡਰੱਗ ਕਰਕੇ ਆ ਨਾ? ਹਾਂਜੀ, ਡਰੱਗ ਕਰਕੇ ਜੀ ਆਦੀ ਹੋਏ ਆ। 25 ਸਾਲ ਦੀ ਉਮਰ ਤੋਂ ਥੱਲੇ ਦੇ ਨੇ ਸਾਰੇ ਦੇ ਸਾਰੇ। ਕਾਲ ਆਈ ਹੋਈ ਆ ਵੀ ਉਹਦਾ ਅਸੀਂ ਇਤਵਾਰ ਸੰਡੇ ਦਾ ਪ੍ਰੋਗਰਾਮ ਰੱਖਿਆ ਆ। ਇੱਥੇ ਪਿੰਡ ਪੈਂਦਾ ਫਗਵਾੜੇ ਦੇ ਕੋਲ, ਲਖਨਪਾਲਾ ਜੀ। ਲੋਕ ਸਾਨੂੰ ਖੁਦ ਮਤਲਬ ਇੰਨਾ ਥੋੜਾ ਜਿਹਾ ਇੰਨੀ ਉਹਨਾਂ ਨੂੰ ਹੋ ਗਈ ਆ ਵੀ ਸਾਨੂੰ ਖੁਦ ਬੁਲਾਉਂਦੇ ਵੀ ਸਾਡੇ ਪਿੰਡ ਆਓ ਤੁਸੀਂ। ਜੀ, ਕਿਉਂਕਿ ਜਿੱਥੇ ਜਿੱਥੇ ਜ਼ਿਆਦਾ ਬੁਰਾਈ ਆ ਉੱਥੇ ਕਹਿੰਦੇ। ਤੇ ਜਿਵੇਂ ਤੁਸੀਂ ਦੱਸਿਆ ਕਿ ਇੱਕ ਪਿੰਡ ਦੇ ਵਿੱਚ 7 ਮੁੰਡਿਆਂ ਦੀ ਜਿਹੜੀ ਮੌਤ ਹੋ ਚੁੱਕੀ ਆ, ਤੇ ਕੀ ਤੁਹਾਨੂੰ ਇਹ ਪਤਾ ਕਿ ਉਸ ਏਰੀਏ ਦੇ ਵਿੱਚ MP ਜਾਂ MLA ਕੌਣ ਹੈਗੇ ਇਸ ਟਾਈਮ ਤੇ? ਉਹ ਲੁਧਿਆਣੇ ਦੇ ਨਾਲ ਏਰੀਆ ਲੱਗਦਾ। MLA ਤਾਂ ਹੁਣ ਇਸ ਵੇਲੇ ਮੈਜੋਰਟੀ ਤਾਂ ਤੁਹਾਨੂੰ ਪਤਾ ਹੀ ਆ ਵੀ ਪੰਜਾਬ ਦੇ ਵਿੱਚ ਤਾਂ BJP ਤੇ ਅਕਾਲੀ ਦਲ ਕਾਮਨਲੀ ਮੈਜੋਰਟੀ ਚ। ਜੀ ਜੀ, ਤੇ ਚਲੋ ਆਪਣੇ ਜਦੋਂ ਅਸੀਂ ਵੋਟ ਦਿੰਨੇ ਆ ਤੇ ਸਾਨੂੰ ਜ਼ਰੂਰ ਹੀ ਜਿੱਥੇ ਵੀ ਤੁਸੀਂ ਜਾਂਦੇ ਆ ਜ਼ਰੂਰ ਲੋਕਾਂ ਨੂੰ ਕਹੋ ਕਿ ਜਦੋਂ ਵੀ ਉਹ ਵੋਟ ਪਾਉਂਦੇ ਆ, 25 ਸਾਲੀ ਪਾਉਂਦੇ ਆ, ਜਿੰਨੇ ਚਿਰਾਂ ਬਾਅਦ ਵੀ ਪਾਉਂਦੇ ਆ, ਤੇ ਆਪਣੇ ਇਲਾਕੇ ਦੇ ਜਿਹੜੇ ਸੱਜਣ ਆ, MLA ਹੁੰਦੇ ਆ ਜਾਂ MP ਆ, ਉਹਨਾਂ ਨੂੰ ਜ਼ਰੂਰ ਉਹ ਪੁੱਛਿਆ ਕਰਨ ਕਿ ਉੱਥੇ ਦਾ ਜਿਹੜਾ ਇਲਾਕੇ ਦਾ ਸੁਧਾਰ ਆ ਉਹ ਬਹੁਤ ਜ਼ਰੂਰੀ ਹੋਣਾ ਚਾਹੀਦਾ ਆ। ਤੇ ਇਹ ਵੀ ਆਸ ਕਰਦੇ ਆ ਕਿ ਜਿਵੇਂ ਤੁਸੀਂ ਜਾਗਰਤ ਕਰ ਰਹੇ ਆ ਲੋਕਾਂ ਨੂੰ, ਹੌਲੀ ਹੌਲੀ ਆ ਜਿਹੜੀ ਤੁਹਾਡੀ ਮੁਹਿੰਮ ਆ ਇੱਕ ਦਿਨ ਜ਼ਰੂਰ ਰੰਗ ਲਿਆਊਗੀ, ਜੇ ਬਹੁਤਾ ਨਹੀਂ ਥੋੜਾ ਤਾਂ ਲਿਆਊਗੀ। ਤੇ ਇੱਕ ਇਹ ਸੀਗਾ ਕਿ ਜਿਵੇਂ ਬੇਲਣਾ ਹੈਗਾ ਜੀ, ਬੇਲਣਾ ਇੱਕ ਤੇ ਰੋਟੀ ਪਕਾਉਣ ਦੇ ਕੰਮ ਆਉਂਦਾ ਆ, ਤੇ ਦੂਸਰਾ ਇਹਨੂੰ ਬੋਲੀਆਂ ਦੇ ਵਿੱਚ ਬੜਾ ਵਰਤਿਆ ਜਾਂਦਾ ਆ, ਤੇ ਉਹਦੇ ਵਿੱਚ ਫਿਰ ਕੁੱਟਣ ਦਾ ਬੜਾ ਕੰਮ ਹੁੰਦਾ ਆ ਕਿ ਬੇਲਣੇ ਨਾਲ ਕੁੱਟੀ ਪੈਂਦੀ ਆ। ਇਹ ਤੁਸੀਂ ਸੱਚਮੁੱਚ ਇਹਨੂੰ ਵਰਤੋਗੇ ਜਾਂ ਵੈਸੇ ਇੱਕ ਸਿੰਬਲ ਹੀ ਰੱਖਿਆ? ਜੇ ਦੇਖੋ, ਜੇ ਸਾਡਾ ਕੋਈ ਘਰ ਖਰਾਬ ਕਰੇ
ਜੀ ਜਾਂ ਸਾਡੀਆਂ ਜਨਰੇਸ਼ਨਾਂ ਨੂੰ ਖਰਾਬ ਕਰੇ। ਤੇ ਔਰਤ ਨੂੰ ਆਪਣਾ ਹਥਿਆਰ ਚੁੱਕਣ ਦਾ ਪੂਰਾ ਹੱਕ ਬਣਦਾ, ਆਪਣੇ ਘਰ ਦੀ ਰੱਖਿਆ ਕਰਨ ਲਈ, ਆਪਣੇ ਪਰਿਵਾਰ ਦੀ ਰੱਖਿਆ ਕਰਨ ਜੀ ਲਈ। ਜੀ ਜੀ ਜਿਹੜਾ ਡਰੱਗਸ ਦਾ ਜਿਹੜੀ ਡਿਸਟ੍ਰੀਬਿਊਸ਼ਨ ਹੈਗੀ ਆ, ਜੇ ਅਸੀਂ ਆਪਣਾ ਹਥਿਆਰ ਬਿਲਕੁਲ ਅਸੀਂ ਚੱਕਾਂਗੇ, ਆਪਣਾ ਹਥਿਆਰ ਜੇ ਚੱਕਦੇ ਆ, ਡਰੱਗ ਡਿਸਟ੍ਰੀਬਿਊਸ਼ਨ ਤੋਂ ਜ਼ਿਆਦਾ ਵੱਡਾ ਤਾਂ ਉਹ ਅਪਰਾਧ ਨਹੀਂ ਹੋ ਸਕਦਾ। ਉਹ ਤਾਂ ਛੋਟਾ ਜਿਹਾ ਹੀ ਅਪਰਾਧ ਹੋਊਗਾ ਜੇ 4 ਬਿਲਣੇ ਕਿਸੇ ਦੀ ਪੈ ਵੀ ਗਏ। ਵੈਸੇ ਚਾਹੀਦਾ ਤਾਂ ਇਹੀ ਆ ਕਿ ਜੇ ਕੋਈ ਬੰਦਾ ਆਉਂਦਾ ਏਦਾਂ ਕਹਿਣ ਵਾਸਤੇ ਜਾਂ ਦੇਣ ਵਾਸਤੇ ਵੀ ਤੁਸੀਂ ਸਾਨੂੰ ਵੋਟਾਂ ਪਾਓ, ਆ ਪਰਚੀਆਂ ਦਿੰਦੇ ਆ ਜਾਂ ਦਾਰੂ ਦੀਆਂ ਬੋਤਲਾਂ ਦਿੰਦੇ ਆ ਜਾਂ ਕਹਿੰਦੇ ਨੇ ਜੋ ਚਾਹੀਦਾ ਲੈ ਲਓ ਸਾਡੇ ਕੋਲੋਂ ਆ ਕੇ, ਜੇ ਕੋਈ ਦੇਣ ਆਉਂਦਾ ਤਾਂ ਉਹਦਾ ਵਿਰੋਧ ਕਰਨਾ ਚਾਹੀਦਾ। ਜੇ ਨਹੀਂ ਕਰਦਾ, ਨਹੀਂ ਮੰਨਦਾ ਬੰਦਾ, ਤੇ ਉਹਨੂੰ ਅਸੀਂ ਜਿਹੜੀਆਂ ਸਾਡੀਆਂ ਕੰਪੇਨ ਦੀਆਂ ਟੀਮਾਂ ਬਣਦੀਆਂ ਸੀ ਉਹਨਾਂ ਨੂੰ ਇਹਦੇ ਵਿੱਚ ਜੇ ਇਕੱਲੀ ਵੀ ਖੜੀ ਆ ਨਾ ਲੇਡੀ, ਉਹਨੂੰ ਕਹੋ ਵੀ ਨਹੀਂ ਲੈਣਾ, ਤੁਸੀਂ ਬੋਲੋ, ਕਹੋ ਉਹਨੂੰ। ਬਿਲਕੁਲ। ਅੱਧਾ ਕੰਮ ਸੁਣ ਕੇ ਭੱਜ ਜਾਣਾ, ਜੇ ਨਹੀਂ ਭੱਜਦਾ 2 ਜਣੀਆਂ ਨੂੰ ਨਾਲ ਹੋਰ ਆਵਾਜ਼ ਮਾਰ ਲਓ ਕਰਕੇ, ਜੇ ਲੋੜ ਪੈਂਦੀ ਹੈ ਤੁਹਾਨੂੰ ਵੇਲਣੇ ਦਿਖਾ ਕੇ ਦੋ ਮਾਰਨ ਦੀ ਵੀ ਲੋੜ ਪੈਂਦੀ ਤੇ ਮਾਰ ਦੇਣੀ ਆ, ਤੁਸੀਂ ਡਰਨਾ ਨਹੀਂ ਹੁੰਦਾ। ਜੀ 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 ਬਿਲਕੁਲ ਇਹ ਜੀ, ਜਿਵੇਂ ਹੁਣ ਕੀ ਕੁਛ ਨਹੀਂ ਹੋ ਰਿਹਾ ਪੰਜਾਬ 'ਚ ਜਾਂ ਪੂਰੇ ਇੰਡੀਆ ਦੇ ਵਿੱਚ, ਲੇਡੀਜ਼ ਨਾਲ ਸਾਰਾ ਕੁਛ ਹੀ ਹੁੰਦਾ ਆ, ਤੇ ਉੱਥੇ ਵੀ ਬੜਾ ਵਧੀਆ ਇਹ ਜਿਹੜਾ ਇੱਕ ਹਥਿਆਰ ਹੈਗਾ ਆ, ਇਹ ਤੁਹਾਡੀ ਰੱਖਿਆ ਵੀ ਕਰਦਾ। ਬੋਲਦੀਆਂ ਨਹੀਂ ਹੈਗੀਆਂ, ਬੋਲਣਾ ਹੀ ਨਹੀਂ ਸਮਝਦੀਆਂ ਹੈਗੀਆਂ ਕਿ ਅਸੀਂ ਬੋਲੀਏ, ਪਤਾ ਨਹੀਂ ਤਾਂ ਡਰਦੀਆਂ ਨੇ, ਪਤਾ ਨਹੀਂ ਡਰ ਪਿਆ ਹੋਇਆ ਆ, ਪਤਾ ਨਹੀਂ ਤਾਂ ਦਿਮਾਗੀ ਜਿਹੜੀ ਬਣਤਰ ਆ ਜਾਂ ਸੋਸ਼ਲ ਬਣਤਰ ਆ ਸਾਡੇ ਇੰਡੀਆ ਦੀ ਉਹ ਆ ਵੀ ਉਹਨਾਂ ਨੂੰ ਕਹਿਣਾ ਲੱਗਦਾ ਅਸੀਂ ਕਿੱਦਾਂ ਬੋਲੀਏ ਵੀ ਕੀ ਕਹੀਏ, ਆਦਮੀਆਂ 'ਚ ਕੀ ਕਹੀਏ। ਅੱਧੀਆਂ ਜਨਾਨੀਆਂ ਦੀ ਇਹ ਜ਼ਬਾਨ ਹੁੰਦੀ ਹੈ ਵੀ ਅਸੀਂ ਆਦਮੀਆਂ 'ਚ ਜਾ ਕੇ ਕੀ ਕਹੀਏ, ਸ਼ਰਮ ਮਾਰ ਜਾਂਦੀ ਹੈ ਨਾ ਜਿਹੜੀ ਉਹ ਆ ਸਮਝਾਈਦਾ। ਤੇ ਆਦਮੀ ਦੇ ਸਾਰਿਆਂ ਦੇ ਘਰ 'ਚ ਵੀ ਆਦਮੀ ਤੇ ਔਰਤਾਂ ਇਕੱਠੇ ਹੀ ਹੁੰਦੇ ਆ, ਇਕੱਠੇ ਹੀ ਪਰਿਵਾਰ ਬਣਦਾ, ਤੇ ਤੁਸੀਂ ਬਾਹਰ ਜਾ ਕੇ ਆਪਣੀ ਗੱਲ ਕਿਉਂ ਨਹੀਂ ਕਹਿ ਸਕਦੀਆਂ ਆਦਮੀ। ਜੀ 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 ਤਾਂ ਬਿਲਕੁਲ ਜੀ, ਜਿਹੜਾ ਤੁਸੀਂ ਇਹ ਮੁਹਿੰਮ ਨੂੰ ਲੈ ਕੇ ਤੁਰੇ ਆ, ਅਸੀਂ ਬਿਲਕੁਲ ਤੁਹਾਡੇ ਨਾਲ ਹੈਗੇ ਆ। ਤੇ ਤੁਹਾਨੂੰ ਕੋਈ ਜਿਹੜੇ NRI ਆ, ਕਿਉਂਕਿ ਤੁਹਾਡੇ ਡਿਸਟ੍ਰਿਕਟ ਦੇ ਵੀ ਹਰੇਕ ਥਾਂ ਤੋਂ ਹੀ ਪੰਜਾਬ ਦੇ ਵਿੱਚੋਂ ਜਿਹੜੇ NRI ਆ ਉਹ ਬਾਹਰ ਬਹੁਤ ਆ, ਉਹਨਾਂ ਨੂੰ ਜੇ ਤੁਹਾਡੀ ਕੋਈ ਹੈਲਪ ਕਰ ਸਕਣ ਕਿਸੇ ਤਰ੍ਹਾਂ ਵੀ, ਕਿਉਂਕਿ ਜਦੋਂ ਤੁਸੀਂ ਇੱਥੇ ਬੈਠੇ ਆ ਇੱਥੇ ਵੀ ਸੁਣਨਗੇ ਤੇ ਉਹ ਬਿਲਕੁਲ ਆਪਣੇ ਕਾਲ ਕਰਕੇ ਤਾਂ ਜ਼ਰੂਰ ਦੱਸਣਗੇ ਆਪਣੇ ਘਰਾਂ ਦੇ ਵਿੱਚ, ਆਪਣੇ ਪਿੰਡਾਂ ਦੇ ਵਿੱਚ ਤੁਹਾਡੀ ਹੈਲਪ ਕਰਨ ਲਈ। ਤੇ ਉਹ ਜ਼ਰੂਰ ਤੁਸੀਂ ਦੱਸੋ ਕਿ ਕਿਸ ਤਰ੍ਹਾਂ ਦੀ ਹੈਲਪ ਚਾਹੀਦੀ ਤੁਹਾਨੂੰ। ਸਾਨੂੰ ਹੈਲਪ ਤਾਂ ਸਾਨੂੰ ਸਾਰੇ ਹੀ ਬੰਦਿਆਂ ਤੋਂ ਚਾਹੀਦੀ ਹੈ, ਚਾਹੇ ਉਹ NRI ਹੈ, ਚਾਹੇ ਪੰਜਾਬ 'ਚ ਰਹਿੰਦੇ। ਜਿਹੜੇ ਸਾਡੇ NRI ਵੀਰ ਤੇ ਭੈਣਾਂ ਨੇ, ਕਿਉਂਕਿ ਉੱਥੇ ਦਾ ਥੋੜਾ ਜਿਹਾ ਵਿਕਾਸ ਜ਼ਿਆਦਾ ਹੋ ਚੁੱਕਿਆ, ਜਿੱਥੇ ਮਤਲਬ ਬਾਹਰ ਅਮਰੀਕਾ, ਕੈਨੇਡਾ ਜਾਂ ਇੰਗਲੈਂਡ ਦੇ ਵਿੱਚ ਜਿਹੜੇ ਵੀ ਸਾਡੇ ਵੀਰ ਜਾ ਚੁੱਕੇ ਉਹਨਾਂ ਨੂੰ ਜ਼ਿਆਦਾ ਅਵੇਅਰਨੈਸ ਹੁੰਦੀ ਆ। ਉਹ ਜਦੋਂ ਇੱਥੇ ਆਉਂਦੇ ਨੇ ਪੰਜਾਬ ਦੇ ਵਿੱਚ, ਉਦੋਂ ਆਉਣ, ਉਹ ਇੱਕ ਵਾਰ ਸਾਡੀ ਕੰਪੇਨ ਦਾ ਹਿੱਸਾ ਬਣ, ਲੋਕਾਂ ਨੂੰ ਜਾਗਰੂਕਤਾ ਆਉਂਦੀ ਹੈ ਉਹਦੇ ਨਾਲ। ਅੱਛਾ ਸਮਝਦੇ ਆ ਵੀ ਚਲੋ ਜੀ ਬਾਹਰੋਂ ਵੀ ਲੋਕ ਆ ਕੇ ਸਾਨੂੰ ਇਸ ਚੀਜ਼ ਦੇ ਵਿੱਚ ਐਪਰੀਸ਼ੀਏਟ ਕਰਦੇ ਆ। ਤੇ ਦੂਸਰੇ ਨੰਬਰ ਦੇ ਉੱਤੇ ਜਿਹੜੇ ਇੱਥੇ ਉਹਨਾਂ ਦੇ ਰਿਸ਼ਤੇਦਾਰ ਰਹਿੰਦੇ ਆ, ਉਹਨਾਂ ਨੂੰ ਨਾਲ ਸਾਡੇ ਜੋੜਨ ਤੇ ਉਹ ਵੀ ਨਾਲ ਸਾਡੇ ਯੋਗਦਾਨ ਪਾਉਣ। ਇਹ ਤਾਂ ਦੇਖੋ ਜੀ, ਅਸੀਂ ਤਾਂ ਲੋਕ ਸਤਸੰਗ ਕਰਦੇ, ਜਗਰਾਤੇ ਕਰਦੇ ਆ, ਪਾਠ ਰਖਾਉਂਦੇ ਆ। ਮੈਂ ਤਾਂ ਉਹਨਾਂ ਨੂੰ ਇਹ ਕਹਿੰਦੀ ਆ ਵੀ ਮੈਂ ਕਿਹਾ ਤੁਸੀਂ ਇਹ ਛੱਡ ਕੇ ਨਾ 1 ਘੰਟਾ ਰੋਜ਼ ਦਾ ਕੱਢ ਲਓ, 1 ਘੰਟਾ ਇਸ ਲੋਕਾਂ ਨੂੰ ਨਾਲ ਜੋੜਨ ਲਈ, ਜਾਗਰੂਕ ਕਰਨ ਵਾਸਤੇ। ਤੁਹਾਡੇ ਜਗਰਾਤੇ ਵੀ ਹੋ ਜਾਣੇ ਆ, ਅਖੰਡ ਪਾਠ ਵੀ ਹੋ ਜਾਣੇ ਆ, ਤੇ ਤੁਹਾਡੇ ਸਤਸੰਗ ਵੀ ਹੋ ਜਾਣੇ ਆ। ਬਿਲਕੁਲ ਜੀ, ਬਹੁਤ ਭੱਲੇ ਵਾਲਾ ਕੰਮ ਹੈ। ਇਹਨੇ ਤਾਂ ਤੁਹਾਨੂੰ ਸਮਝਾ ਕੇ ਭੇਜ ਦੇਣਾ ਧਾਰਮਿਕ ਐਸਪੈਕਟ ਹੈ, ਚਲੋ ਅਸੀਂ ਉਸ ਚੀਜ਼ ਨੂੰ ਕਾਹਨੂੰ ਟੱਚ ਕਰਨਾ। ਤੇ ਜਿਹੜਾ ਇਹ ਸਮਾਜਿਕ ਟੱਚ ਹੈਗਾ, ਸਮਾਜ ਸਾਫ਼ ਸੁਥਰਾ ਹੋਊਗਾ, ਸਾਰਿਆਂ ਲਈ ਵਧੀਆ ਹੋਊਗਾ, ਸਾਡਾ ਪੰਜਾਬ ਵਧੀਆ ਹੋਊਗਾ, ਸਾਰੇ ਅੱਛੀ ਤਰ੍ਹਾਂ ਰਹਿਣਗੇ, ਉਹਦੇ ਵਿੱਚ ਖੁਸ਼ਹਾਲੀ ਹੋਊਗੀ, ਤਰੱਕੀ ਹੋਊਗੀ। ਜੀ ਜੀ ਬਿਲਕੁਲ, ਆਪਾਂ ਤਰੱਕੀ ਚਾਹੁੰਦੇ ਹਾਂ। ਬਾਕੀ ਸਾਨੂੰ ਜਿਹੜੇ ਜੇ ਕੋਈ NRI ਵੀਰ ਸਾਡੇ ਵਿੱਚ ਕੋਈ ਫਾਈਨਾਂਸ ਦੀ ਮਦਦ ਕਰਨਾ ਚਾਹੁੰਦਾ ਤੇ ਉਹ ਵੀ ਸਾਨੂੰ, ਕਿਉਂਕਿ ਫਾਈਨਾਂਸ ਦੀ ਤਾਂ ਸਾਨੂੰ ਦਿੱਕਤ ਆਉਂਦੀ ਹੁੰਦੀ ਹੈ। ਜੀ 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 ਬਿਲਕੁਲ, ਕਿਉਂਕਿ ਕੋਈ ਵੀ ਕੰਮ ਆ ਵੈਸੇ ਨਹੀਂ ਚੱਲਦਾ ਹੈਗਾ, ਫਾਈਨੈਂਸ ਦੀ ਵੀ ਜ਼ਰੂਰਤ ਹੈਗੀ ਹੈ। ਬਿਲਕੁਲ, ਜੇ ਤਾਂ ਉਹ ਤਾਂ ਉਹੀ ਆ ਨਾ। ਅਸੀਂ ਤਾਂ ਚਲੋ ਹੁਣ ਮੈਂ ਆਰਕੀਟੈਕਟ ਸੀ, ਆਪਣਾ ਪ੍ਰੋਫੈਸ਼ਨ ਇੰਨੇ ਸਾਲਾਂ ਦਾ ਕੰਮ ਕਰਦੇ ਸੀ, ਲੱਗੇ ਹੋਏ ਆ ਕਰਨ ਵਾਸਤੇ। ਆਮ ਬੰਦਾ, ਅੱਧੇ ਲੋਕ ਤਾਂ ਇਹ ਸੋਚ ਕੇ ਪਿੱਛੇ ਹਟ ਜਾਂਦੇ ਵੀ ਪੈਸੇ ਕਿੱਥੋਂ ਲਗਾਉਣੇ ਆ। ਸਾਡੇ ਇੰਡੀਆ ਦੇ ਵਿੱਚ ਵੀ, ਪੰਜਾਬ ਦੇ ਵਿੱਚ ਵੀ ਨਾ ਲੋਕ ਪੋਲੀਟੀਕਲ ਪਾਰਟੀਆਂ ਨੂੰ ਪੈਸੇ ਦਿੰਦੇ ਆ, ਧਾਰਮਿਕ ਸੰਸਥਾਵਾਂ ਨੂੰ ਪੈਸੇ ਦਿੰਦੇ ਆ, ਸੋਸ਼ਲ ਸੰਸਥਾਵਾਂ ਨੂੰ ਪੈਸੇ ਨਹੀਂ ਦਿੰਦੇ, ਲਾ ਕੇ ਨਹੀਂ ਰਾਜੀ ਪੈਸੇ ਕੋਈ। ਬਿਲਕੁਲ ਜੀ, ਇਹਨਾਂ ਨੇ ਕਿਹੜਾ ਸਾਡਾ ਕੋਈ ਕੰਮ ਕਰਵਾ ਕੇ ਦੇਣਾ ਪੋਲੀਟੀਕਲ ਲੈਵਲ ਦਾ, ਜਿਹੜੇ ਇਹਨਾਂ ਤੇ ਖਰਚਾ ਕਰੀਏ ਸੀ। ਜਦੋਂ ਜਾਗਰੂਕਤਾ ਆਉਂਦੀ ਆ ਤੇ ਸਾਰੇ ਉਧਰ ਨੂੰ ਤੁਰ ਪੈਂਦੇ ਆ। ਜਦੋਂ ਕੋਈ ਨਾ ਕੋਈ ਕੰਮ ਵਧੀਆ ਹੋਊਗਾ, ਜ਼ਰੂਰ ਅਸੀਂ ਵੀ ਸਾਰਿਆਂ ਨੂੰ ਰਿਕੁਐਸਟ ਕਰਦੇ ਹਾਂ ਵੀ ਜਿੰਨੇ ਵੀ ਤੁਸੀਂ ਸੁਣਦੇ ਆ ਜਾਂ ਤੁਸੀਂ ਉੱਥੇ ਜਾਂਦੇ ਆ ਜਾਂ ਵੱਡੀਆਂ ਵੱਡੀਆਂ ਪਾਰਟੀਆਂ ਕਰਦੇ ਆ, ਉਹਨਾਂ ਦੇ ਵਿੱਚ ਥੋੜਾ ਜਿਹਾ ਖਰਚਾ ਬਚਾ ਕੇ ਉਹ ਤੁਹਾਡੀ ਹੈਲਪ ਜ਼ਰੂਰ ਕਰਨ। ਜਿੱਥੇ ਅਸੀਂ ਜਾ ਕੇ ਪਾਰਟੀ ਕਰਦੇ ਆ, ਸ਼ਰਾਬ ਦੇ ਲੰਗਰ ਲਾਉਨੇ ਆ, ਤੇ ਅੱਜ ਕੱਲ ਇਹ ਵੀ ਸੁਣਨ ਦੇ ਵਿੱਚ ਆਇਆ ਵੀ ਜਦੋਂ ਹਾਲ ਦੇ ਵਿੱਚ ਵੱਡੀਆਂ ਪਾਰਟੀਆਂ ਹੁੰਦੀਆਂ ਆ ਤੇ ਉੱਥੇ ਹੋਰ ਵੀ ਤਰ੍ਹਾਂ ਦੇ ਜਿਹੜੇ ਨਸ਼ੇ ਆ ਉਹ ਵਰਤਾਏ ਜਾਂਦੇ ਆ, ਕਿਉਂਕਿ ਇੱਕ ਫੈਸ਼ਨ ਬਣ ਗਿਆ ਆ। ਤੇ ਉਹਨਾਂ ਤੋਂ ਵੀ ਜ਼ਰੂਰ ਗਰੇਜ਼ ਕਰਨ। ਤੇ ਜਿੰਨੀਆਂ ਵੀ ਭੈਣਾਂ ਸੁਣਦੀਆਂ ਆ
ਤੇ ਉਹਨਾਂ ਨੂੰ ਵੀ ਸਾਡੀ ਹੱਥ ਬੰਨ੍ਹ ਕੇ ਗੁਜ਼ਾਰਿਸ਼ ਹੈਗੀ ਆ ਕਿ ਜੇ ਤੁਸੀਂ ਰੁੱਖ ਮੋੜ ਸਕਦੀਆਂ ਸਮਾਜ ਦਾ, ਤੁਸੀਂ ਆ ਜਿਹੜੀ ਆ ਭਲਾਈ ਆ ਉਹ ਬਹੁਤ ਕਰ ਸਕਦੀਆਂ, ਆਪਣੇ ਪਰਿਵਾਰ ਦੀ ਕਰੋਗੀਆਂ ਤੇ ਆਪਣਾ ਜਿਹੜਾ ਬਾਕੀ ਆਲਾ ਦੁਆਲਾ ਉਹ ਆਪਣੇ ਆਪ ਆਪੇ ਸੁਧਰ ਜਾਊਗਾ। ਤੇ ਅਖੀਰ ਦੇ ਵਿੱਚ ਤੁਹਾਡਾ ਕੀ ਮੈਸੇਜ ਹੈ ਜੀ? ਸਾਡਾ ਲਕਸ਼ ਇਹ ਹੈ ਵੀ 6 ਮਹੀਨੇ ਦੇ ਵਿੱਚ ਅਸੀਂ 3 ਲੱਖ ਔਰਤਾਂ ਨੂੰ ਇਸ ਅਭਿਆਨ ਦੇ ਵਿੱਚ ਸ਼ਾਮਲ ਕਰਨਾ ਜੀ। ਇੱਕ ਜਾਗਰੂਕਤਾ ਅਭਿਆਨ ਦੇ ਵਿੱਚ ਇਲੈਕਸ਼ਨਾਂ ਖਤਮ ਹੋ ਜਾਣੀਆਂ, ਅਗਲੀ ਵਾਰ ਫਿਰ ਇਲੈਕਸ਼ਨ ਆਉਣੀਆਂ, ਪਰ ਸਾਡਾ ਜਾਗਰੂਕਤਾ ਅਭਿਆਨ ਚੱਲਦਾ ਹੀ ਰਹੂਗਾ। ਸਾਡਾ ਕੰਮ ਹੈ ਲੋਕਾਂ ਨੂੰ ਐਜੂਕੇਟ ਕਰਕੇ ਜਾਗਰੂਕ ਕਰਨਾ, ਲੜਨਾ ਤਾਂ ਉਹ ਆਪੇ ਸ਼ੁਰੂ ਕਰ ਦੇਣਗੇ। ਜੀ ਬਹੁਤ ਬਹੁਤ ਥੈਂਕ ਯੂ ਅਨੀਤਾ ਸ਼ਰਮਾ ਜੀ। ਤੇ ਸਾਡੇ ਵੱਲੋਂ ਵੀ ਇਹੀ, ਤੁਸੀਂ ਇਸ ਮੁਹਿੰਮ ਨੂੰ ਬਹੁਤ ਦੂਰ ਤਾਈਂ ਬਹੁਤ ਅੱਗੇ ਲੈ ਕੇ ਜਾਓ। ਤੁਹਾਡਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਜੀ ਧੰਨਵਾਦ। ਸਤਿ ਸ਼੍ਰੀ ਅਕਾਲ।